ਮਸੀਹ ਯਸੂ ਦੇ ਜਲਾਲੀ ਤੇ ਬਾਬਰਕਤ ਤੇ ਸੋਹਣੇ ਤੇ ਮਿੱਠੇ ਨਾਂ ਦੇ ਵਿੱਚ ਪਾਦਰੀ ਪਰਵੇਜ਼ ਸਾਦਿਕ ਪ੍ਰੋਗਰਾਮ ਸੁੱਚੇ ਮੋਤੀ ਦੇ ਨਾਲ ਅੱਜ ਫਿਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ। ਨਾਜ਼ਰੀਨ, ਅੱਜ ਦਾ ਬੜਾ ਖੂਬਸੂਰਤ ਤੇ ਸਪੈਸ਼ਲ ਐਪੀਸੋਡ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਮਾਇਆ ਨਾਜ਼ ਪਸੰਦੀਦਾ ਤੇ ਬੜੇ ਹੀ ਮਿੱਠੇ ਤੇ ਸੋਹਣੇ ਫਨਕਾਰ खुदा ਦੇ ਖਾਦਮ ਪਰਸਤਾਰ ਸਾਡੇ ਨਾਲ ਨੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀਆਂ ਸੋਹਣੀਆਂ ਤੇ ਮਿੱਠੀਆਂ ਗੱਲਾਂ ਤੇ ਫਿਰ ਉਹਨਾਂ ਦੇ ਵਸੀਲਾ ਨਾਲ ਗੀਤ ਵੀ ਤੇ खुदा ਦਾ ਕਲਾਮ ਵੀ। ਇਹ ਕਿਸ ਤਰ੍ਹਾਂ ਹੋ ਸਕਦਾ ਕਿ ਸਾਡੇ ਨਾਲ ਜਿਹੜੇ ਖਾਦਮ ਨੇ ਉਹ ਗੀਤ ਵੀ ਗਾਉਂਦੇ ਨੇ ਤੇ ਕਲਾਮ ਵੀ ਸੁਣਾਉਂਦੇ ਨੇ? ਇਹ ਤੇ ਨਾਜ਼ਰੀਨ ਜਦੋਂ ਤੁਸੀਂ ਉਹਨਾਂ ਨੂੰ ਮਿਲੋਗੇ, ਉਹਨਾਂ ਨੂੰ ਵੇਖੋਗੇ ਤੇ ਆਪੇ ਜਾਣ ਜਾਓਗੇ। खुदा ਦੇ ਖਾਦਮ ਪਾਦਰੀ और परस्तार बहुत ही मेरे पसंदीदा बड़े प्यारे बीबे भरा मेरे जिहड़े कि मेरे नाल बड़ा प्यार करते हैं और मेरी दावत ते और तशरीफ लैके आए। उन्हां दा नाम है पादरी आरिफ भट्टी। तुसीं जान गए हो कि आरिफ भट्टी साडे अज प्रोग्राम दे विच साडे नाल ने ते उन्हां दियां मिठियां गल्लां ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸੁਣਾਂਗੇ। ਤੇ ਆਓ ਨਾਜ਼ਰੀਨ, ਮੈਂ ਤੁਹਾਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਵਾਉਣਾ ਚਾਹੁੰਦਾ। ਆਓ ਤੁਹਾਡੇ ਭਰਾ ਨਾਲ ਤੁਹਾਡੀ ਮੁਲਾਕਾਤ ਕਰਾਵਾਂ ਤੇ ਆਓ ਅਸੀਂ ਆਪਣੇ ਭਰਾ ਨਾਲ ਮਿਲਨੇ ਹਾਂ। ਜੀ ਭਾਈ ਆਰਿਫ ਸਲਾਮ ਜੀ। ਪ੍ਰੇਜ਼ ਦ ਲਾਰਡ। ਬਹੁਤ ਸ਼ੁਕਰੀਆ ਜੀ, ਤੁਸੀਂ ਇੰਨੀ ਮੁਹੱਬਤ ਨਾਲ ਤਾਰੂਫ ਕਰਾਇਆ ਹੈ। ਮੈਂ ਸਮਝਦਾ ਕਿ ਤੁਹਾਡੀ ਮੁਹੱਬਤ ਹੈ, ਵਰਨਾ ਅਸੀਂ ਤੇ ਮਸੀਹ ਦੇ ਖਾਦਮ ਹਾਂ ਤੇ ਸਾਰਾ ਜਲਾਲ ਯਿਸੂ ਦਾ ਹੀ। ਭਾਈ ਆਰਿਫ, ਤੁਸੀਂ ਜਿੰਨੇ ਖੂਬਸੂਰਤ ਹੋ ਉਨੀ ਖੂਬਸੂਰਤ ਤੁਹਾਡੀ ਸ਼ਖਸੀਅਤ ਹੈ ਔਰ ਤੁਹਾਡੀ ਜ਼ਿੰਦਗੀ ਦੀਆਂ ਗਵਾਹੀਆਂ ਤੇ ਬਰਕਤਾਂ ਮੈਂ ਜਾਣਨਾ ਵਾ ਕਿ ਬਚਪਨ ਤੋਂ ਮੈਂ ਤੁਹਾਨੂੰ ਵੇਖ ਰਿਹਾ ਔਰ ਕਾਫੀ ਵੇਲਾ ਹੋ ਗਿਆ ਅਸੀਂ ਇਕੱਠੇ ਬਹਿੰਦੇ ਵੀ ਰਹੇ ਹਾਂ ਔਰ ਗੱਲਬਾਤ ਵੀ ਹੁੰਦੀ ਰਹੀ ਹੈ। ਮੈਂ ਤੇ ਬਹੁਤ ਕੁਝ ਤੁਹਾਡੇ ਬਾਰੇ 'ਚ ਜਾਣਨਾ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਬਰਕਤਾਂ ਨੇ, ਲੇਕਿਨ ਅੱਜ ਨਾਜ਼ਰੀਨ ਜ਼ਰੂਰ ਜਾਣਨਾ ਚਾਹੁੰਦੇ ਨੇ ਕਿ ਤੁਹਾਡੀ ਜ਼ਿੰਦਗੀ ਜਿਹੜੀਆਂ ਗਵਾਹੀਆਂ ਨੇ, ਬਰਕਤਾਂ ਨੇ, ਉਹਦੇ ਨਾਲ ਉਹਨਾਂ ਨੂੰ ਵੀ ਬਰਕਤ ਮਿਲੇ। ਬੜਾ ਖੂਬਸੂਰਤ ਅੱਜ ਦਾ ਇਹ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਸੀਂ ਸਾਡੇ ਨਾਲ ਹੋ। ਤੇ ਬਈ ਆਰਿਫ, ਸਭ ਤੋਂ ਪਹਿਲਾਂ ਤੇ ਤੁਹਾਡਾ ਸ਼ੁਕਰੀਆ, ਤੁਸੀਂ ਬੜੀ ਮਸਰੂਫੀਆਤ ਵਿੱਚੋਂ ਇੱਕ ਵਕਤ ਕੱਢਿਆ ਤੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਤੇ ਤੁਸੀਂ ਸਾਡੀ ਦਾਵਤ ਨੂੰ ਕਬੂਲ ਕੀਤਾ। ਬਲਕਿ ਤੁਹਾਡਾ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਸਾਨੂੰ ਬਣਾਇਆ। ਹਾਲੇਲੂਇਆ, ਹਾਲੇਲੂਇਆ। ਮੈਂ ਸਮਝਣਾ ਕਿ ਬਈ ਆਰਿਫ, ਜਦੋਂ ਅਸੀਂ खुदा ਦੀ ਖਿਦਮਤ ਕਰਨੇ ਆ ਤੇ ਫਿਰ ਸਾਨੂੰ ਇੱਕ ਦੂਸਰੇ ਨਾਲ ਮਿਲਣਾ ਵੀ ਚਾਹੀਦਾ ਹੈ, ਇੱਕ ਦੂਸਰੇ ਨਾਲ ਪਿਆਰ ਵੀ ਕਰਨਾ ਚਾਹੀਦਾ ਹੈ। ਔਰ ਇਹ ਮਸੀਹ ਯਿਸੂ ਨੇ ਵੀ ਸਾਨੂੰ ਸਿਖਾਇਆ ਕਿ ਆਪਸ 'ਚ ਅਗਰ ਮੁਹੱਬਤ ਰੱਖੋਗੇ ਤੇ ਇਸ ਤਰ੍ਹਾਂ ਲੋਕੀ ਜਾਣਨਗੇ ਕਿ ਤੁਸੀਂ ਮੇਰੇ ਸ਼ਾਗਿਰਦ ਹੋ। ਤੇ ਬੜੀ ਖੂਬਸੂਰਤ ਗੱਲ ਹੈ। ਤੇ ਸਭ ਤੋਂ ਪਹਿਲਾਂ ਤੇ ਮੈਂ ਇਹ ਜਾਣਨਾ ਚਾਹਾਂਗਾ, ਬਲਕਿ ਮੈਂ ਨਹੀਂ, ਨਾਜ਼ਰੀਨ ਜਾਣਨਾ ਚਾਹਣਗੇ ਕਿ ਤੁਸੀਂ ਖਾਦਮ ਵੀ, ਪਾਦਰੀ ਵੀ ਤੇ ਪਰਸਤਾਰ ਵੀ। ਲੋਕੀ ਤੇ ਤੁਹਾਨੂੰ ਸਿਰਫ ਇਸ ਤਰੀਕੇ ਨਾਲ ਜਾਣਦੇ ਨੇ ਕਿ ਤੁਸੀਂ ਸਿਰਫ ਗੀਤ ਹੀ ਗਾਉਂਦੇ ਹੋ ਤੇ ਤੁਹਾਡੇ ਗੀਤ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ ਔਰ ਬਹੁਤ ਮਸ਼ਹੂਰ ਗੀਤ ਨੇ ਔਰ ਬੜੇ ਬਾਬਰਕਤ ਗੀਤ ਨੇ ਜਿਹੜੇ ਤੁਸੀਂ ਗਾਉਂਦੇ ਹੋ ਔਰ ਬਹੁਤ ਸਾਰੇ ਗੀਤ ਮੈਨੂੰ ਪਤਾ ਹੈ ਕਿ ਤੁਸੀਂ ਆਪ ਹੀ ਲਿਖੇ ਨੇ। ਲੇਕਿਨ ਪਾਸਬਾਨੀ ਖਿਦਮਤ ਵੀ ਤੁਸੀਂ ਨਾਲ ਪਾਦਰੀ ਵੀ ਹੋ। ਸਭ ਤੋਂ ਪਹਿਲਾਂ ਤੇ ਸਾਨੂੰ ਇਹ ਦੱਸੋ ਕਿ ਇਹ खुदा ਦੀ ਖਿਦਮਤ ਤੇ ਪ੍ਰਸਤਿਸ਼ ਇਹ ਕਿਸ ਤਰ੍ਹਾਂ ਡਬਲ ਤੋੜਾ ਤੁਹਾਨੂੰ ਮਿਲਿਆ? ਬਿਲਕੁਲ, ਬਾਜ਼ ਦਫਾ ਇੱਕ ਗਲਤ ਕਨਸੈਪਟ ਲੋਕਾਂ ਦੇ ਜ਼ਿਹਨ 'ਚ ਹੁੰਦਾ ਕਿ ਇੱਕ ਬੰਦੇ ਦੇ ਅੰਦਰ ਇੱਕੋ ਹੀ ਖਿਦਮਤ खुदा ਦਿੰਦਾ, ਲੇਕਿਨ खुदा ਦੇ ਕਲਾਮ 'ਚ ਅਸੀਂ ਇਹ ਦੇਖਦੇ ਹਾਂ ਕਿ ਪੌਲੁਸ ਰਸੂਲ ਦੀ ਜ਼ਿੰਦਗੀ 'ਚ ਸਾਨੂੰ ਰਸੂਲੀ ਖਿਦਮਤ ਵੀ ਨਜ਼ਰ ਆ ਰਹੀ ਹੈ, ਬਸ਼ਾਰਤੀ ਖਿਦਮਤ ਵੀ ਨਜ਼ਰ ਆ ਰਹੀ ਹੈ ਔਰ ਕਈ ਜਗ੍ਹਾਵਾਂ 'ਤੇ ਉਹ ਕਈ ਸਾਲ ਰਹੇ ਨੇ ਤੇ ਪਾਸਬਾਨੀ ਖਿਦਮਤ ਵੀ ਨਾਲ ਕਰਦੇ ਰਹੇ ਨੇ। ਕਈ ਜਗ੍ਹਾਵਾਂ 'ਚ 2-2, 3-3 ਸਾਲ ਉਸ ਗੱਲਾਬਾਨੀ ਦੀ ਖਿਦਮਤ ਔਰ ਜ਼ਾਹਿਰ ਹੈ ਸਾਰਿਆਂ ਨੂੰ ਪਤਾ ਕਿ ਪੌਲੁਸ ਰਸੂਲ ਦੀ ਜ਼ਿੰਦਗੀ 'ਚ ਉਸਤਾਦ ਦੀ ਵੀ ਖਿਦਮਤ। ਤੇ ਇਹ ਹੁੰਦਾ ਕਈ ਵਾਰੀ ਕਿ खुदा ਕਿਸੇ ਨੂੰ ਮਲਟੀਪਰਪਸ ਦੇ ਲਈ ਇਸਤੇਮਾਲ ਕਰਦਾ ਹੈ, ਉਹਦੀ ਮਰਜ਼ੀ ਹੈ, ਇਹ ਉਹਦੀ ਮਰਜ਼ੀ। ਹਾਂਜੀ, ਔਰ ਕੋਈ ਵੀ ਜਿਹਦੇ ਅੰਦਰ ਕੋਈ ਫਖਰ ਵੀ ਨਹੀਂ ਕਰ ਸਕਦਾ ਕਿ ਵੀ ਵੇਖੋ ਮੈਂ ਦੂਜੇ ਤੋਂ ਬਿਹਤਰ ਹਾਂ, ਕਿ ਮੈਂ ਜੀ ਦੋ ਕੰਮ खुदा ਮੇਰੇ ਕੋਲੋਂ ਲੈ ਰਿਹਾ। ਇਹ ਤੇ खुदा ਦੀ ਸਾਰਾ ਜਲਾਲ ਹੈ, ਉਹਦੀ ਮਰਜ਼ੀ ਹੈ। ਇਨਸਾਨ ਅਸੀਂ ਤੇ ਉਹਦੀ ਯਾਨੀ ਕਿ ਖਿਦਮਤ ਸਰ ਅੰਜਾਮ ਦੇ ਰਹੇ ਹਾਂ, ਜਿਸ ਤਰ੍ਹਾਂ ਵੀ ਉਹ ਸਾਨੂੰ ਇਸਤੇਮਾਲ ਕਰਨਾ ਚਾਹੀਦਾ ਤੇ ਫਖਰ ਨਹੀਂ ਹੋਣਾ ਚਾਹੀਦਾ ਇਨਸਾਨ ਦੇ ਅੰਦਰ। ਲੇਕਿਨ ਇਹ ਹੈ ਕਿ खुदा ਨੇ ਵਾਕਈ ਮੇਰੀ ਜ਼ਿੰਦਗੀ 'ਚ ਆਪਣੀ ਖਿਦਮਤ ਨੂੰ ਰੱਖਿਆ ਔਰ ਕਲਾਮ ਦੇ ਵਸੀਲੇ ਵੀ ਔਰ ਹਮਦ ਸਤਾਇਸ਼ ਦੇ ਵਸੀਲੇ ਵੀ ਸ਼ੁਰੂ ਤੋਂ ਇਸਤੇਮਾਲ ਕਰਦਾ ਰਿਹਾ ਤੇ ਇਹ ਉਹਦਾ ਜਲਾਲ ਹੈ। ਔਰ ਸਾਡੀ ਫੈਮਿਲੀ ਦੇ ਅੰਦਰ खुदा ਨੇ ਖਿਦਮਤ ਦਾ ਪੌਦਾ ਲਾਇਆ ਜਿਹੜਾ ਅੱਗੇ ਟੁਰਦਾ ਗਿਆ। ਹਾਲੇਲੂਇਆ। ਮੈਂ ਸਮਝਣਾ ਬਈ ਆਰਿਫ, ਮੈਂ ਕਈ ਵਾਰੀ ਕਈ ਪ੍ਰੋਗਰਾਮ ਵੇਖੇ ਨੇ ਤੁਹਾਡੇ ਕਿ ਨਾ ਸਿਰਫ ਤੁਸੀਂ ਪ੍ਰਸਤਿਸ਼ ਕਰਦੇ ਹੁੰਦੇ ਹੋ
ਬਲਕਿ ਨਾਲ ਕਲਾਮ ਦੀ ਖਿਦਮਤ ਵੀ ਕਰਦੇ ਹੁੰਦੇ ਔਰ ਲੋਕ ਤੁਹਾਡੀ ਪ੍ਰਸਤਿਸ਼ ਨਾਲ ਬਰਕਤ ਪਾ ਰਹੇ ਹੁੰਦੇ ਨੇ ਔਰ ਬਹੁਤ ਲੋਕ ਖੁਸ਼ ਹੁੰਦੇ ਨੇ ਔਰ ਫਿਰ ਤੁਹਾਡੇ ਨਾਲ ਮਿਲ ਜਾਂਦੇ ਨੇ। ਇਹ ਖਾਸ ਬਰਕਤ ਤੇ ਤੋੜਾ ਤੁਹਾਡੇ ਕੋਲ ਖੁਦਾ ਨੇ ਦਿੱਤਾ ਹੈ ਔਰ ਬੜੀ ਈਮਾਨਦਾਰੀ ਤੇ ਵਫਾਦਾਰੀ ਨਾਲ ਤੁਸੀਂ ਖਿਦਮਤ ਪੇ ਕਰਦੇ ਹੋ। ਬਈ ਆਰਿਫ, ਇਸ ਤੋਂ ਪਹਿਲਾਂ ਕਿ ਹੋਰ ਅਸੀਂ ਤੁਹਾਡੇ ਨਾਲ ਮਿੱਠੀਆਂ ਗੱਲਾਂ ਕਰੀਏ, ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਨੌਜਵਾਨੀ ਦੇ ਆਲਮ 'ਚ ਖੁਦਾ ਦੀ ਖਿਦਮਤ ਤੁਸੀਂ ਕਰਦੇ ਹੋ ਪਏ ਤੇ ਬਹੁਤ ਅਰਸੇ ਤੋਂ ਖਿਦਮਤ ਕਰਦੇ ਹੋ। ਮੈਂ ਬੜਾ ਵੇਲਾ ਹੋ ਗਿਆ ਤੁਹਾਨੂੰ ਵੇਂਦਿਆਂ, ਲੇਕਿਨ ਮੈਂ ਜਾਣਨਾ ਚਾਹਾਂਗਾ, ਸਾਡੇ ਨਾਜ਼ਰੀਨ ਵੀ ਜਾਣਨਾ ਚਾਹਣਗੇ ਕਿ ਯਿਸੂ ਮਸੀਹ ਤੁਹਾਡੀ ਜ਼ਿੰਦਗੀ 'ਚ ਕਿਸ ਤਰ੍ਹਾਂ ਆਇਆ, ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਕੰਮ ਹੋਇਆ ਕਿ ਤੁਸੀਂ ਯਿਸੂ ਮਸੀਹ ਨੂੰ ਕਬੂਲ ਕਰੋ। ਜੀ, ਮੁਖਤਲਿਫ ਲੋਕਾਂ ਦੀ ਜ਼ਿੰਦਗੀ ਦਾ ਮੁਖਤਲਿਫ ਗਵਾਹੀਆਂ ਨੇ ਔਰ ਹਰ ਇੱਕ ਦਾ ਇੱਕ ਫਰਕ ਹੀ ਕਹਾਣੀ ਹੁੰਦੀ ਜਿਹੜਾ ਜਾਂ ਵਾਕਿਆ ਹੁੰਦਾ ਜ਼ਿੰਦਗੀ ਦਾ। ਤੇ ਮੇਰਾ ਕੁਝ ਇਸ ਤਰ੍ਹਾਂ ਹੈ ਕਿ ਮੈਂ ਉਹਨਾਂ ਲੋਕਾਂ 'ਚੋਂ ਹਾਂ ਜਿਹੜੇ ਬਚਪਨ ਤੋਂ ਹੀ ਜਿਹਨਾਂ ਨੂੰ ਆਪਣੇ ਘਰ 'ਚ ਰੂਹਾਨੀ ਮਾਹੌਲ ਮਿਲ ਗਿਆ। ਹਾਲੇਲੂਇਆ। ਔਰ ਰੂਹਾਨੀ ਬੇਦਾਰੀ ਸਾਡੇ ਘਰ 'ਚ 1960s ਤੋਂ ਸ਼ੁਰੂ ਸੀ ਕੰਮ ਤੇ ਮੈਂ ਦੁਨੀਆ 'ਚ ਆਇਆ 1960 ਤੋਂ, ਯਾਨੀ ਕਿ 1968-69 ਤੋਂ, ਯਾਨੀ ਕਿ ਰੂਲ ਕੁਦਸ ਦੀ ਬੇਦਾਰੀ ਜਿਹੜੀ ਹੈ ਉਹ ਸਾਡੇ ਘਰ ਦੇ ਵਿੱਚ ਸੀ। ਮਤਲਬ ਤੁਹਾਡੀਆਂ ਗੱਲਾਂ ਇਹ ਪਈਆਂ ਦੱਸਦੀਆਂ ਨੇ ਕਿ ਤੁਹਾਡੇ ਵਾਲਿदैन ਜਿਹੜੇ ਸਨ ਉਹ ਖੁਦਾ ਦੇ ਵਿੱਚ ਸਨ। ਜੀ ਜੀ, ਯਾਨੀ ਕਿ ਉਹ ਖੁਦਾ ਦੇ ਖਾਦਮ ਸਨ। ਬਿਲਕੁਲ, ਹਾਲੇਲੂਇਆ। ਔਰ ਉਹਦੇ ਤੋਂ ਪਹਿਲੇ ਸਾਡੇ ਦਾਦਾ ਵੀ ਖੁਦਾ ਦੀ ਖਿਦਮਤ ਕਰਦੇ ਸਨ ਤੇ ਮੈਂ ਦੁਨੀਆ 'ਚ ਆਇਆ 1978 'ਚ। ਅੱਛਾ। ਹਾਂਜੀ, ਤੇ ਜਦੋਂ ਹੋਸ਼ ਹੀ ਸੰਭਾਲਿਆ ਤੇ ਇਹੋ ਹੀ ਮਾਹੌਲ ਸੀ ਔਰ ਇਹ ਖੁਦਾ ਦਾ ਫਜ਼ਲ ਮੇਰੇ ਤੇ ਹੋਇਆ ਕਿ ਮੈਂ ਐਸੇ ਖਾਨਦਾਨ 'ਚ ਪੈਦਾ ਹੋਇਆ ਕਿ ਜਿਹਦੇ 'ਚ ਸ਼ੁਰੂ ਤੋਂ ਹੀ ਖੁਦਾ ਦੇ ਕਲਾਮ ਦੀ ਤਾਲੀਮ ਹਾਸਿਲ ਕੀਤੀ। ਔਰ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਖਾਲੀ ਉਸ ਘਰ 'ਚ ਪੈਦਾ ਹੋਣ ਦੇ ਜਿਹੜਾ ਕਾਫੀ ਨਹੀਂ, ਬਲਕਿ ਖੁਦ ਸ਼ਖਸੀ ਤੌਰ ਨਾਲ ਮਸੀਹ ਨੂੰ ਆਪਣੀ ਜ਼ਿੰਦਗੀ 'ਚ ਕਬੂਲ ਕਰਨਾ ਔਰ ਨਜਾਤ ਦਾ ਤਜਰਬਾ ਹਾਸਿਲ ਕਰਨਾ, ਨਵੀਂ ਪੈਦਾਇਸ਼ ਦਾ ਤਜਰਬਾ ਹਾਸਿਲ ਕਰਨਾ, ਉਹ ਜ਼ਰੂਰੀ ਹੈ। ਉਹ ਬਹੁਤ ਮਜ਼ਬੂਤ, ਹਾਂਜੀ, ਉਹੋ ਹੀ ਤੇ ਯਿਸੂ ਦੇ ਨਾਲ ਅਸਲ ਪਹਿਚਾਨ ਦਾ ਜ਼ਰੀਆ ਹੈ। ਹਾਲੇਲੂਇਆ। ਜਿੰਨਾ ਮਰਜ਼ੀ ਤੁਹਾਡੇ ਘਰ ਦੇ ਅੰਦਰ ਰੂਹਾਨੀ ਮਾਹੌਲ ਹੋਵੇ, ਲੇਕਿਨ ਜਦੋਂ ਤੱਕ ਤੁਸੀਂ ਸ਼ਖਸੀ ਤੌਰ ਨਾਲ ਮਸੀਹ ਨੂੰ ਆਪਣੀ ਜ਼ਿੰਦਗੀ 'ਚ ਆਉਣ ਦੀ ਦਾਵਤ ਨਹੀਂ ਦਿੰਦੇ ਔਰ ਉਹਦੇ ਨਾਲ ਤੁਹਾਡਾ ਐਨਕਾਊਂਟਰ ਨਜਾਤ ਦੇ ਤਜਰਬੇ ਦੇ ਵਸੀਲੇ ਨਹੀਂ ਹੁੰਦਾ ਤੇ ਹਰਗਿਜ਼ ਉਹ ਬਾਕੀ ਸਾਰੀ ਚੀਜ਼ਾਂ ਦਾ, ਯਾਨੀ ਕਿ ਉਹ ਤੁਹਾਨੂੰ ਉਹ ਚੀਜ਼ ਨਹੀਂ ਦੇ ਸਕਦੀਆਂ ਜਿਹੜਾ ਤੁਹਾਡਾ ਆਪਣਾ ਸ਼ਖਸੀ ਖੁਦਾ ਦੇ ਨਾਲ ਤਜਰਬਾ। ਤੇ ਉਹ ਹੋਇਆ ਸੀ ਮੈਨੂੰ 9 ਸਾਲ ਦੀ ਉਮਰ 'ਚ। 9 ਸਾਲ ਦੀ ਉਮਰ ਦੇ ਵਿੱਚ ਯਿਸੂ ਮਸੀਹ ਨੂੰ ਤੁਸੀਂ ਕਬੂਲ ਕੀਤਾ? ਜੀ ਜੀ। ਔਰ ਕੋਈ ਕਲਾਮੇ ਮੁਕੱਦਸ ਦੀ ਆਇਤ ਸੀ? ਹਾਂਜੀ ਬਿਲਕੁਲ, ਮੈਂ ਦੱਸਣ ਲੱਗਾ 1987 ਦੀ ਇਹ ਗੱਲ ਹੈ। ਸਾਡੇ ਚਰਚ ਦੇ ਅੰਦਰ ਹੀ ਇਹ ਹੋਇਆ ਸੀ ਕਿਉਂਕਿ ਅਸੀਂ ਰੈਗੂਲਰਲੀ ਚਰਚ, ਜਿਸ ਤਰ੍ਹਾਂ ਮੈਂ ਦੱਸਿਆ, ਆਪਣੀ ਫੈਮਿਲੀ ਦੇ ਨਾਲ ਜਾਂਦੇ ਹੁੰਦੇ ਸਾਂ ਤੇ ਉਸ ਦਿਨ ਵਾਰੀ ਸੀ ਮੇਰੇ ਵਾਲਿਦ ਸਾਹਿਬ ਦੇ ਕਲਾਮ ਸੁਣਾਉਣ ਦੀ। ਅੱਛਾ। ਔਰ ਇੱਕ ਆਮ ਜਿਹੜਾ ਵਿਊਅਰ ਹੈ ਉਹ ਨਹੀਂ ਸਮਝ ਸਕਦਾ ਇਸ ਚੀਜ਼ ਨੂੰ। ਉਹ ਕਹੇਗਾ ਯਾ ਬਈ ਇੱਕ 9 ਸਾਲ ਦਾ ਬੱਚਾ, ਉਹਨੇ ਕਿਹੜੀ ਗੱਲ ਤੋਂ ਤੋਬਾ ਕੀਤੀ ਜਿਹੜਾ ਉਹ ਕਹਿ ਰਿਹਾ ਜੀ ਮੈਂ ਮਸੀਹ ਨੂੰ ਜ਼ਿੰਦਗੀ ਦਿੱਤੀ, ਪਹਿਲਾਂ ਉਹ ਕਿਹੜਾ ਕੋਈ ਬੜਾ ਗੁਨਾਹਗਾਰ ਹੋਣਾ। ਲੇਕਿਨ ਵਿਊਅਰਸ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਨਜਾਤ ਦਾ ਤਜਰਬਾ ਹੈ, ਨਵੀਂ ਪੈਦਾਇਸ਼ ਦਾ ਤਜਰਬਾ ਹੈ, ਇਹ ਸਿਰਫ ਭੈੜੇ ਕੰਮਾਂ ਤੋਂ ਨਿਕਲ ਕੇ ਤੇ ਨੇਕ ਕੰਮਾਂ ਵੱਲ ਸਿਰਫ ਆਉਣਾ ਇਹੋ ਹੀ ਨਹੀਂ, ਬਲਕਿ ਸਾਡੀ ਰੂਹ ਦੇ ਅੰਦਰ ਨਵੀਂ ਪੈਦਾਇਸ਼ ਦਾ ਕੰਮ ਹੁੰਦਾ ਹੈ। ਅਸੀਂ ਖੁਦਾ ਤੋਂ ਪੈਦਾ ਹੋ ਜਾਂਦੇ ਹਾਂ। ਜਿਸ ਤਰ੍ਹਾਂ ਯੋਹੰਨਾ ਦੀ ਇੰਜੀਲ ਦਾ 3ਰਾ ਬਾਬ ਤੁਸੀਂ ਪੜ੍ਹੋ, ਨਿਕੋਦੀਮਸ ਦੇ ਨਾਲ ਯਿਸੂ ਮਸੀਹ ਦੀ ਜਿਹੜੀ ਗੱਲਬਾਤ ਹੈ, ਔਰ ਉਹ ਸ਼ਰੀਅਤ ਦਾ ਆਲਮ ਹੋਣ ਦੇ ਬਾਵਜੂਦ ਉਹ ਵੀ ਨਹੀਂ ਸੀ ਸਮਝ ਸਕਿਆ ਇਸ ਗੱਲ ਨੂੰ। ਇੰਨੀ ਬਾਈਬਲ ਸਟੱਡੀ ਦੇ ਬਾਵਜੂਦ ਵੀ ਉਹਨੂੰ ਵੀ ਨਹੀਂ ਸੀ ਸਮਝ ਆਈ। ਸ਼ਰੀਅਤ ਨੂੰ ਸਮਝਦਾ ਸੀ, ਕਲਾਮ ਨੂੰ ਸਮਝਦਾ ਸੀ, ਲੇਕਿਨ ਨਵੇਂ ਤਜਰਬੇ, ਨਈ ਪੈਦਾਇਸ਼ ਨੂੰ ਨਹੀਂ ਸੀ ਸਮਝਦਾ। ਉਹਦੇ ਲਈ ਵੀ ਉਹਨੂੰ ਯਿਸੂ ਮਸੀਹ ਕੋ ਆਉਣਾ ਪਿਆ। ਜੀ, ਜਿਹੜਾ ਸਾਡਾ ਬੁਰੇ ਕੰਮਾਂ ਤੋਂ ਛੁੱਟ ਕੇ ਤੇ ਅੱਛੇ ਕੰਮਾਂ ਵੱਲ ਆ ਜਾਣਾ, ਉਹ ਇਹਦਾ ਇੱਕ ਫਲ ਹੈ, ਨਜਾਤ ਦਾ ਇੱਕ ਫਲ ਹੈ। ਲੇਕਿਨ ਨਜਾਤ ਦਾ ਤਜਰਬਾ ਜਿਹੜਾ ਹੈ ਉਹ ਸਾਡੀ ਰੂਹ 'ਚ, ਅਸੀਂ ਖੁਦਾ ਤੋਂ ਪੈਦਾ ਹੁੰਦੇ ਹਾਂ ਮਸੀਹ ਦੇ ਲਹੂ ਦੇ ਵਸੀਲੇ, ਔਰ ਉਹ ਇੱਕ ਛੋਟੀ ਉਮਰ 'ਚ ਵੀ ਅਸੀਂ ਉਸ ਤਜਰਬੇ ਨੂੰ ਹਾਸਿਲ ਕਰ ਸਕਦੇ ਹਾਂ ਜਦੋਂ ਵੀ ਖੁਦਾ ਸਾਡੇ ਤੇ ਫਜ਼ਲ ਕਰੇ। ਔਰ ਮੈਂ ਉਸ ਇਬਾਦਤ 'ਚ ਇਹ ਦੱਸ ਸਕਦਾ ਵਾਂ ਕਿ ਇੱਕ ਬੱਚਾ ਹੋਣ ਦੇ ਨਾਤੇ ਇਬਾਦਤ 'ਚ ਦਿਲ ਨਹੀਂ ਸੀ ਲੱਗਦਾ ਪਹਿਲੇ, ਤੇ ਬਸ ਇਹੋ ਜਲਦੀ ਹੁੰਦੀ ਸੀ ਕਿ ਕਦੋਂ ਇਹ ਮੁੱਕਣੀ ਤੇ ਘਰ ਜਾਈਏ, ਤੇ ਖੇਡੀਏ ਜਾਂ ਬਾਹਰ ਖੇਡੀਏ ਖੁੱਡੀਏ। ਬਲਕਿ ਜਦੋਂ ਕਲਾਮ ਦਾ ਟਾਈਮ ਹੁੰਦਾ ਸੀ ਤੇ ਅਸੀਂ ਬਾਹਰ ਹੀ ਹੁੰਦੇ ਸਨ, ਸਾਰੇ ਬੱਚੇ ਖੇਡ ਰਹੇ ਹੁੰਦੇ ਸਨ, ਉਹਨਾਂ ਦੇ ਨਾਲ ਬਾਹਰ-ਬੂਰ ਖੇਡਣਾ ਖੁੱਡਣਾ। ਜੀ ਜੀ। ਤੇ ਉਹ ਉਸ ਦਿਨ ਇਸ ਤਰ੍ਹਾਂ ਹੋਇਆ ਕਿ ਖੁਦਾ ਦੀ ਹਮਦੋ ਸਤਾਇਸ਼ ਜਦੋਂ ਹੋਈ ਹੈ, ਮੇਰੇ ਵਾਲਿਦ ਸਾਹਿਬ ਲੀਡ ਵੀ ਹੋਈ ਉਸ ਦਿਨ, ਉਹੀ ਕਰ ਰਹੇ ਸਨ ਹਮਦੋ ਸਤਾਇਸ਼ ਤੇ ਵਾਲਿਦ ਸਾਹਿਬ ਵੀ ਗਾਉਂਦੇ ਸਨ। ਹਾਂ ਜੀ ਬਿਲਕੁਲ, ਉਹ ਤਬਲਾ ਵਜਾ ਕੇ
ਖੁਦਾ ਦੇ ਹਮਦੋਸਤਾਇਸ਼ ਚ ਲੀਡ ਕਰਦੇ ਸਨ। ਉਹ ਖੁਦਾ ਉਹਨਾਂ ਨੂੰ ਬੜਾ ਇਸਤੇਮਾਲ ਕਰਦਾ ਸੀ ਔਰ ਉਹਨਾਂ ਉਹ ਹਮਦੋਸਤਾਇਸ਼ ਚ ਬਸ ਐਸਾ रूह मेरी भेजना शुरू हो गई। मैनू मजा अच्छा लगना, मैं उठिया ही नहीं कलाम च भी। यानी कि उदों 9 साल तुहां दस्सिया तुहाडी उम्र सी। हाँ, वो कलाम जदों शुरू ही होया तो मैं उस दिन नहीं मेरा दिल किया कि मैं उठ के बाहर जावां, मैं बैठा ही रहा। और कलाम दी ए आयत ते उन्होंने कलाम सुनाया सी कि जदों नतनएल दे नाल नथानियल दे नाल यसू मसीह दी मुलाकात होंदी है, यूहन्ना दी इंजील च लिखिया ते ਉਹਨੂੰ ਵੇਖਦੇ ਸਾਰੀ ਯਿਸੂ ਮਸੀਹ ਉਹਨੂੰ ਫਿਲਿਪਸ ਨੇ ਦੱਸਿਆ ਮਸੀਹ ਦੇ ਬਾਰੇ ਚ ਤਾਰਫ ਕਰਾਇਆ ਤੇ ਉਹ ਅੱਗੋਂ ਕਹਿੰਦਾ ਕਿ ਵੀ ਕਿਆ ਨਾਸਰਤ ਸੇ ਵੀ ਕੋਈ ਅੱਛੀ ਚੀਜ਼ ਨਿਕਲ ਸਕਦੀ, ਕਿਉਂਕਿ ਨਾਸਰਤ ਬੜਾ ਛੋਟਾ ਜਿਹਾ ਸ਼ਹਿਰ ਸੀ, ਉਹਨਾਂ ਕਿਹਾ ਛੋਟਾ ਜਿਹਾ ਕੁੰਬਾ ਇਹਦੇ ਵਿੱਚੋਂ ਵੀ ਕੋਈ ਚੰਗੀ ਸ਼ਹਿਰ ਨਿਕਲ ਸਕਦੀ। ਔਰ ਨਾਲੇ ਉਹ ਨੈਗੇਟਿਵ ਵੀ ਕਾਫੀ ਸੀ ਗੱਲਾਂ ਨਾਸਰਤ ਦੀਆਂ ਤੇ ਫਿਰ ਉਹ ਜਿਸ ਤਰ੍ਹਾਂ ਅੱਜ ਵੀ ਕਈ ਇਲਾਕਿਆਂ ਦੇ ਬਾਰੇ ਚ ਕਿਹਾ ਜਾਂਦਾ ਤੇ ਪਰ ਸਭ ਤੋਂ ਅੱਛੀ ਚੀਜ਼ ਜਿਹੜਾ ਮਸੀਹ ਦਾ ਇੰਤਜ਼ਾਰ ਹੋ ਰਿਹਾ ਸੀ, ਹਾਲੇਲੂਇਆ, ਤੇ ਉਹ ਨਾਸਰਤ ਤੋਂ ਜਦੋਂ ਪਤਾ ਚੱਲਦਾ ਤੇ ਫਿਰ ਉਹਦੇ ਤੇ ਉਹਨਾਂ ਨੇ ਕਲਾਮ ਸੁਣਾਇਆ ਤੇ ਬਸ ਇੱਕ ਛੋਟੀ ਉਮਰ 'ਚ ਵੀ ਵੇਖੋ ਕਿਸ ਤਰ੍ਹਾਂ ਇਹ ਰੂਹਾਨੀ ਇਹਦੇ ਤੋਂ ਪਤਾ ਚੱਲਦਾ ਕਿ ਖੁਦਾ ਦਾ ਕਲਾਮ ਰੂਹਾਨੀ ਹੈ। ਇਹਦੇ 'ਚ ਜ਼ਹਾਨਤ ਦਾ ਜ਼ਿਆਦਾ ਅਮਲ ਦਖਲ ਨਹੀਂ ਕਿ ਤੁਸੀਂ ਬਹੁਤ ਜ਼ਹੀਨ ਹੋ ਤੇ ਤੁਸੀਂ ਸਮਝ ਗਏ ਖੁਦਾ ਦੇ ਕਲਾਮ। ਇਹ ਰੂਹਾਨੀ ਕਲਾਮ ਤੁਹਾਨੂੰ ਰੂਹ 'ਚ ਹੀ ਸਮਝ ਆਉਂਦਾ ਹੈ ਤੇ ਇੱਕ ਛੋਟਾ ਬੱਚਾ ਵੀ ਸਮਝ ਜਾਂਦਾ ਕਿ ਖੁਦਾ ਦੀ ਹਜ਼ੂਰੀ ਤੇ ਖੁਦਾ ਦਾ ਕਲਾਮ ਉਹ ਤੁਹਾਡੀ ਰੂਹ ਦੇ ਨਾਲ ਖੁਦਾ ਕਲਾਮ ਕਰਦਾ ਹੈ। ਔਰ ਮੈਂ ਉੱਠ ਹੀ ਨਹੀਂ ਸਕਿਆ, ਮੇਰੀ ਅੱਖਾਂ ਤੋਂ ਅਥਰੂ ਤੇ ਉਹ ਕਲਾਮ ਦੇ ਬਾਅਦ ਜਦੋਂ ਅੱਗੇ ਫਿਰ ਹਮਦੋਸਤਾਇਸ਼ ਸ਼ੁਰੂ ਹੋਈ ਤੇ ਦਿਲ ਕਰੇ ਕਿ ਇਹ ਇਬਾਦਤ ਸਾਰੀ ਜ਼ਿੰਦਗੀ ਖਤਮ ਹੀ ਨਾ ਹੋਏ, ਮੁੱਕੇ ਹੀ ਨਾ, ਮਤਲਬ ਜਾਰੀ ਰਵੇ। ਹਾਲੇਲੂਇਆ, ਜਾਰੀ ਰਵੇ। ਔਰ ਉਹ ਦਿਨ ਸੀ ਜਦੋਂ ਮੈਂ ਸ਼ਖਸੀ ਤੌਰ ਨਾਲ ਫਸਟ ਟਾਈਮ ਜ਼ਿੰਦਗੀ 'ਚ ਖੁਦਾਵੰਦ ਦਾ ਜਲਾਲ ਵੇਖਿਆ। ਉਹਨੇ ਮੇਰੀ ਜ਼ਿੰਦਗੀ 'ਚ ਕੰਮ ਕੀਤਾ ਔਰ ਉਹਦੇ ਬਾਅਦ ਇਸੇ ਤਰ੍ਹਾਂ ਖੁਦਾ ਨੇ ਆਪਣੇ ਰੂਹ ਦਾ ਮਸਾ ਵੀ ਦਿੱਤਾ 11 ਸਾਲ ਦੀ ਉਮਰ 'ਚ। ਹਾਲੇਲੂਇਆ, ਫਿਰ ਇਸੇ ਤਰ੍ਹਾਂ ਅੱਗੇ ਜ਼ਿੰਦਗੀ ਵੱਧਦੀ ਰਹੀ। ਜੀ ਭਾਈ ਅਰਫ, ਤੁਸੀਂ ਆਪਣੀ ਗਵਾਹੀ ਸਾਡੇ ਨਾਲ ਸ਼ੇਅਰ ਕੀਤੀ ਔਰ ਤੁਸੀਂ ਦੱਸਿਆ ਕਿ ਮੈਂ ਇੰਜ ਯਿਸੂ ਮਸੀਹ ਨੂੰ ਕਬੂਲ ਕੀਤਾ। ਜੀ ਜੀ। ਤੇ ਗਾਉਣ ਦਾ ਯਾਨੀ ਕਿ ਤੁਸੀਂ ਜਦੋਂ ਪ੍ਰਸਤਿਸ਼ ਸ਼ੁਰੂ ਕੀਤੀ ਉਹ ਵੀ ਕਿਆ 9 ਸਾਲ ਦੀ ਉਮਰ 'ਚ ਸ਼ੁਰੂ ਕੀਤੀ ਜਾਂ ਇਸ ਤੋਂ ਅੱਗੇ ਤੁਸੀਂ ਗਾਉਣਾ ਸ਼ੁਰੂ ਕੀਤਾ? ਔਰ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਇਹ ਤਜਰਬਾ ਹੋਇਆ ਕਿ ਮੇਰੇ 'ਚ ਇਹ ਵੀ ਐਬਿਲਿਟੀ ਹੈ ਵੇ ਕਿ ਮੈਂ ਗਾ ਵੀ ਸਕਣਾ? ਇਹ ਤਾਂ ਬਚਪਨ ਤੋਂ ਹੀ ਪਤਾ ਸੀ, ਕਿਉਂਕਿ ਘਰ ਵਾਲਿਆਂ ਨੂੰ ਸਿਰਫ ਪਤਾ ਸੀ। ਕਿਉਂਕਿ ਇੱਕ ਚੀਜ਼ ਮੇਰੀ ਜ਼ਿੰਦਗੀ ਦੇ ਅੰਦਰ ਬੜੀ ਖਾਸ ਗਵਾਹੀ ਹੈ ਕਿ ਮੇਰੇ ਅੰਦਰ ਬਹੁਤ ਜ਼ਿਆਦਾ ਡਰਪੋਕ ਸਾਂ ਪਬਲਿਕ ਨੂੰ ਫੇਸ ਕਰਨ ਦੇ ਮਾਮਲੇ 'ਚ ਨਾ। ਅੱਛਾ, ਯਾਨੀ ਕਿ ਆਮ ਬੰਦੇ ਤੋਂ ਵੀ ਜ਼ਿਆਦਾ ਮੈਂ ਸੋਚ ਵੀ ਨਹੀਂ ਸੀ ਸਕਦਾ ਕਿ ਮੈਂ ਲੋਕਾਂ ਨੂੰ, ਔਰ ਘਰ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਸੀ ਕਿ ਬਚਪਨ ਤੋਂ ਯਾਨੀ ਛੋਟੀ ਉਮਰ ਤੋਂ 3-4 ਸਾਲ ਦੀ ਉਮਰ ਤੋਂ ਹੀ ਕਿ ਮੇਰੀ ਆਵਾਜ਼ ਜਿਹੜੀ ਹੈ ਉਹ ਅੱਛੀ। ਲੇਕਿਨ ਉਹ ਕਹਿੰਦੇ ਵੀ ਸਨ ਕਿਸੇ ਜਗ੍ਹਾ ਤੇ ਗੀਤ ਗਾ, ਇਸ ਪ੍ਰੋਗਰਾਮ 'ਚ ਗਾ ਜਾਂ ਕੋਈ ਕੰਪੀਟੀਸ਼ਨ ਮਸੀਹੀ ਗੀਤਾਂ ਦਾ, ਲੇਕਿਨ ਮੈਂ ਕਰ ਨਹੀਂ ਸੀ ਸਕਦਾ, ਸਾਹਮਣਾ ਨਹੀਂ ਸੀ ਹੋ ਸਕਦਾ ਲੋਕਾਂ ਨੂੰ। ਮੇਰੇ ਲਈ ਇਹ ਨਾਮੁਮਕਿਨ ਗੱਲ ਸੀ। ਸਗੋਂ ਇੱਕ ਵਾਰੀ ਮੈਨੂੰ ਯਾਦ ਹੈ ਕਿ ਖੁਦਾ ਮੈਨੂੰ ਖਿਦਮਤ ਦੇ ਲਈ ਯਾਨੀ ਕਿ ਮੁਸਲਸਲ ਮੁਖਤਲਿਫ ਜਿੱਥੇ ਜਾਂਦਾ ਸੀ ਖੁਦਾ ਦਾ ਕਲਾਮ ਪਤਾ ਚੱਲ ਰਿਹਾ ਹੁੰਦਾ ਸੀ, ਖੁਦਾ ਮੇਰੇ ਨਾਲ ਕਰ ਰਿਹਾ ਕਿ ਮੈਂ ਤੈਨੂੰ ਇਸਤੇਮਾਲ ਕਰਨਾ ਹੈ। ਲੇਕਿਨ ਜਿੱਥੇ ਵੀ ਇਹ ਹੁੰਦੀ ਸੀ ਗੱਲ ਸ਼ੁਰੂ ਕਿ ਖੁਦਾ ਇੱਕ ਦਫਾ ਨਬੂਤੀ ਤੌਰ ਨਾਲ ਇੱਕ ਖਾਦਮ ਦੇ ਵਸੀਲੇ ਪਾਸਟਰ ਉਮਰ ਉਹਨਾਂ ਦਾ ਨਾਂ, ਉਹ ਆਏ ਹੋਏ ਸਨ ਤੇ 1991 ਦੀ ਗੱਲ ਹੈ। ਉਹ ਯੂਪੀ ਚਰਚ ਰਾਜਾ ਬਾਜ਼ਾਰ 'ਚ ਕਲਾਮ ਪੇ ਸੁਣਾਉਂਦੇ ਨੇ ਕਿ ਇੱਥੇ ਇੱਕ ਨੌਜਵਾਨ ਹੈ ਜਿਹਨੂੰ ਖੁਦਾ ਜਿਹੜਾ ਨਾ ਕਹਿ ਰਿਹਾ ਕਿ ਤੂੰ ਨਾ ਡਰ, ਮੈਂ ਤੈਨੂੰ ਇਸਤੇਮਾਲ ਕਰਾਂਗਾ। ਔਰ ਮੈਨੂੰ ਪਤਾ ਸੀ ਕਿ ਇਹ ਮੇਰੇ ਲਈ ਹੋ ਰਿਹਾ ਤੇ ਮੈਂ ਖੁਦਾ ਨੇ ਉਹਨਾਂ ਨੂੰ ਦੱਸ ਦਿੱਤਾ ਔਰ ਉਹਨਾਂ ਨੇ ਉਸ ਆਵਾਮ ਦੇ ਵਿੱਚ ਲੋਕਾਂ ਵਿੱਚ ਦੱਸਿਆ ਔਰ ਤੁਹਾਨੂੰ ਇਹ ਤਜਰਬਾ ਹੋਇਆ ਕਿ ਮੈਨੂੰ ਇਹ ਕਹਿ ਰਹੇ ਨੇ। ਹਾਂ, ਲੇਕਿਨ ਮੈਂ ਉੱਠ ਕੇ ਬਾਹਰ ਚਲਾ ਗਿਆ ਤਾਂ ਕਿ ਇਹ ਨਾ ਹੀ ਮੈਂ ਸੁਣਾ, ਤਾਂ ਕਿਉਂਕਿ ਮੈਨੂੰ ਸੀ ਕਿ ਬਈ ਇਹ ਹੋ ਹੀ ਨਹੀਂ ਸਕਦਾ ਕਿ ਮੈਂ ਲੋਕਾਂ ਦੇ ਸਾਹਮਣੇ ਨਹੀਂ ਆ ਸਕਦਾ। ਉਂਝ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੈ ਕਿ 1987 ਤੋਂ ਅਸੀਂ ਨਾਲ ਹੀ ਸਾਂ ਸਾਰਿਆਂ ਦੇ ਤੇ ਸਿੱਖ ਹੀ ਰਹੇ ਸਾਂ ਖੁਦਾ ਦੇ, ਯਾਨੀ ਕਿ ਛੋਟੀ ਉਮਰਾਂ 'ਚ ਅਸੀਂ ਯਾਨੀ ਪਾਸਟਰ ਸਾਹਿਬ ਦੇ ਨਾਲ ਇੱਕ ਨਿੱਕਾ ਮੁੰਡਾ ਜਿਹੜਾ ਜਾ ਕੇ ਦੁਆਵਾਂ ਕਰਾ ਰਿਹਾ ਹੈ ਸਭ ਕੁਝ। ਸਾਡੇ ਦਾਦਾ ਖੁਦ ਪਾਸਟਰ ਸਨ ਔਰ ਸਾਡੇ ਪਾਸਟਰ ਸਾਹਿਬ ਪਾਸਟਰ ਜਾਰਜ ਵਿਲੀਅਮ ਇਹ ਵੀ ਨਾਲ, ਇਹਨਾਂ ਦੇ ਨਾਲ ਮੇਰੇ ਵਾਲਿਦ ਸਾਹਿਬ ਵੀ ਉਹ ਵੀ ਖਾਦਮ ਸਨ ਤੇ ਕਾਫੀ ਸਾਰੇ ਸੀਨੀਅਰ ਖਾਦਮ ਸਨ ਤੇ ਸਹੀ ਡੋਜ਼ ਮਿਲ ਰਹੀ ਸੀ, ਜਿਹੜੀ ਸਹੀ ਸਿੱਖਣ ਦਾ ਮੌਕਾ ਮਿਲਿਆ, ਮੈਚੁਰ ਲੋਕਾਂ ਦੇ ਹੱਥ ਲੱਗੇ ਤੇ ਇਹ ਤੇ ਹੈ ਸੀ। ਲੇਕਿਨ ਉਹ ਜਿਹੜਾ ਇੱਕ ਖੁਦ ਕਰਨਾ ਉਹ ਨਹੀਂ ਜ਼ਿਹਨ 'ਚ। ਔਰ ਇੱਕ ਗੱਲ ਹੈ ਕਿ ਜ਼ਿਹਨ 'ਚ ਬੰਦੇ ਦੇ ਸਾਰਾ ਤਰੀਕਾ ਸਮਝ ਆਉਣਾ ਸ਼ੁਰੂ ਆਉਂਦਾ ਜਾਂਦਾ, ਕਿਉਂਕਿ ਜ਼ਾਹਿਰ ਹੈ ਤੁਸੀਂ ਖੁਦਾਵੰਦ ਨੂੰ ਵੀ ਹੁਣ ਜਾਣ ਗਏ ਹੋ ਔਰ ਨਾਲ ਖਾਦਮਾਂ ਦੇ ਨਾਲ ਮਿਲ ਕੇ ਰਲ ਕੇ ਖਿਦਮਤ ਦੇ ਕੰਮ 'ਚ ਸ਼ਾਮਿਲ ਹੋ
ਲੇਕਿਨ ਉਹ ਜਿਹੜਾ ਇੱਕ ਹੁੰਦਾ ਨਾ ਝਿਜਕ, ਉਹ ਕੁਝ ਜ਼ਿਆਦਾ ਹੀ ਸੀ ਮੇਰੇ ਅੰਦਰ, ਜ਼ਿਆਦਾ ਸੀ। ਇਸ ਲਈ ਮੈਂ ਉੱਥੋਂ ਉੱਠ ਕੇ ਚਲਾ ਜਾਂਦਾ ਸਾਂ ਕਿ ਇਹ ਅੱਛੀ ਗੱਲ ਤੇ ਨਹੀਂ, ਲੇਕਿਨ ਖੁਦਾ ਦਾ ਖੌਫ ਤੇ ਹੈ ਸੀ, ਲੇਕਿਨ ਇੱਕ ਡਰ ਸੀ। ਖੁਦਾ ਦਿਲਾਂ ਨੂੰ ਵੇਖਦਾ, ਉਹ ਇਹ ਨਹੀਂ ਵੇਖਦਾ ਕਿ ਉੱਠ ਕੇ ਚਲਾ ਗਿਆ ਤੇ ਚਲੋ ਜੀ ਹੁਣ ਇਹਨੂੰ ਨਹੀਂ ਇਸਤੇਮਾਲ ਕਰਨਾ। ਖੁਦਾ ਦੀ ਮੁਹੱਬਤ ਬਹੁਤ ਵੱਡੀ। ਤੇ ਲੇਕਿਨ ਇਹ ਆਇਆ ਕਿ 1993 ਦੇ ਅੰਦਰ ਸਾਡੇ ਘਰ 'ਚ ਇੱਕ ਦੁਆਇਆ ਇਬਾਦਤ ਦਾ ਇੱਕ ਬੇਦਾਰੀ ਆਈ, ਉਹਦੇ 'ਚ ਫਿਰ ਸਾਨੂੰ ਖਲੋਣਾ ਪਿਆ ਅੱਗੇ, ਕਿਉਂਕਿ ਵੱਡੇ ਨਹੀਂ ਸਨ ਹੁੰਦੇ। ਤੇ ਫਿਰ ਉੱਥੋਂ ਫਿਰ ਕੰਮ ਪੱਕਦਾ ਅੱਗੇ ਟੁਰਦਾ ਗਿਆ। ਯਾਨੀ ਕਿ 1993 ਤੋਂ ਹਾਂਜੀ ਤੁਸੀਂ ਬਕਾਇਦਾ ਗਾਣ ਦਾ ਆਗਾਜ਼ ਕੀਤਾ, ਯਾਨੀ ਕਿ ਖੁਦਾਵੰਦ ਦੀ ਪ੍ਰਸਤਿਸ਼ ਸ਼ੁਰੂ ਕੀਤੀ ਜੀ। ਹਾਲੇਲੂਇਆ। ਉਹਦੇ ਤੋਂ ਪਹਿਲੇ ਚਰਚ ਦੇ ਅੰਦਰ ਤੇ ਕਰਦੇ ਹੀ ਸਨ, ਲੇਕਿਨ ਬਾਹਰ ਨਿਕਲ ਕੇ, ਲੇਕਿਨ ਜ਼ਿਆਦਾ ਜਿਹੜਾ ਸਾਲ ਸੀ ਨਾ ਜਿਹਦੇ ਤੇ ਮੈਂ ਬਹੁਤ ਜ਼ਿਆਦਾ ਨੁਮਾਇਆ ਤੌਰ ਨਾਲ ਚਰਚ ਤੋਂ ਵੀ ਅੱਗੇ ਹੋਰ ਜਗ੍ਹਾਵਾਂ ਤੇ, ਉਹ 1994 ਔਰ ਉਹਨਾਂ ਦਿਨਾਂ ਅਗਲੇ 1-2 ਸਾਲ 'ਚ ਤੁਹਾਡੇ ਨਾਲ ਵੀ ਹੋ ਗਈ ਸੀ ਮੁਲਾਕਾਤ। ਹਾਲੇਲੂਇਆ। ਔਰ ਇੰਨੇ ਪੁਰਾਣੇ ਅਸੀਂ ਜਾਣਦੇ ਹਾਂ। ਬਿਲਕੁਲ ਖੁਦਾਵੰਦ ਦਾ ਸ਼ੁਕਰ ਹੈ। ਅੱਛਾ ਭਾਈ ਆਰਿਫ, ਤੁਸੀਂ ਗੀਤ ਲਿਖਦੇ ਵੀ ਹੋ ਜੀ ਔਰ ਬਹੁਤ ਸਾਰੇ ਗੀਤ ਤੁਸੀਂ ਆਪਣੇ ਲਿਖੇ ਹੋਏ ਗਾਉਂਦੇ ਹੋ, ਔਰ ਉਹ ਮੈਂ ਸਮਝਦਾ ਕਿ ਨਾਜ਼ਰੀਨ ਸੁਣਦੇ ਪਏ ਨੇ, ਇਸ ਵੇਲੇ ਸਾਡਾ ਪ੍ਰੋਗਰਾਮ ਵੇਖਦੇ ਨੇ ਪਏ, ਤੇ ਬਹੁਤ ਸਾਰੇ ਗੀਤ ਭਾਈ ਆਰਿਫ ਦੇ ਤੁਸੀਂ ਸੁਣੇ ਨੇ ਔਰ ਬਹੁਤ ਬਰਕਤ ਮਿਲਦੀ ਹੈ। ਔਰ ਪਾਕਿਸਤਾਨ ਦੇ ਨਹੀਂ ਬਲਕਿ ਪੂਰੀ ਦੁਨੀਆ ਦੇ ਚਰਚਿਸ ਦੇ ਵਿੱਚ ਉਹ ਗੀਤ ਗਾਏ ਜਾਂਦੇ ਨੇ, ਕਿਤਾਬਾਂ ਦੇ ਵਿੱਚ ਵੀ ਨੇ। ਤੇ ਲਿਖਣ ਦਾ ਤਜਰਬਾ ਕਿਸ ਤਰ੍ਹਾਂ ਹੋਇਆ? ਇਹ ਇਸ ਤਰ੍ਹਾਂ ਹੋਇਆ ਕਿ ਮੈਂ ਸਿਰਫ ਗਾਉਂਦਾ ਸਾਂ ਲੇਕਿਨ ਲਿਖਦਾ ਨਹੀਂ ਸਾਂ। ਤੇ 1995 ਯਾਨੀ ਕਿ 94 ਤੋਂ ਅਗਲਾ ਸਾਲ 1995 'ਚ ਇੱਕ ਇਬਾਦਤ 'ਚ ਨਾ ਮੇਰੇ ਲਈ ਨਬੂਤੀ ਕਲਾਮ ਹੋਇਆ ਖੁਦਾ ਦੇ ਖਾਦਮ ਅਲੈਗਜ਼ੈਂਡਰ ਸੁਸ਼ੀਲ ਦੇ ਵਸੀਲੇ ਕਿ ਮੈਂ ਗੀਤ ਲਿਖਾਂਗਾ, ਬਲਕਿ ਗਜ਼ਲਾਂ ਵੀ ਲਿਖਾਂਗਾ ਔਰ ਕੰਪੋਜ਼ ਕਰਾਂਗਾ, ਔਰ ਜਦੋਂ ਮੈਂ ਉਹ ਗਾਵਾਂਗਾ ਤੇ ਲੋਕੀ ਮਸੀਹ ਦੇ ਕੋਲ ਆਣਗੇ। ਅੱਛਾ, ਉਹ ਖੁਦਾ ਦੇ ਖਾਦਮ ਨੇ ਤੁਹਾਡੇ ਤੇ ਇਹ ਰੋਇਆ ਜ਼ਾਹਿਰ ਕੀਤੀ ਕਿ ਤੁਹਾਡੇ ਅੰਦਰ ਇਹ ਵੀ ਐਬਿਲਿਟੀ ਹੈ। ਹਾਂ, ਔਰ ਉਹਨਾਂ ਨੇ ਯਾਨੀ ਕਿ ਬਲਕਿ ਮੈਂ ਤਾਂ ਕਦੀ ਇਸ ਤਰ੍ਹਾਂ ਨਹੀਂ ਸੀ ਗੀਤ ਲਿਖਿਆ, ਤੇ ਮੈਨੂੰ ਤੇ ਬੜਾ ਅਜੀਬ ਲੱਗਾ ਕਿ ਕਿਸ ਤਰ੍ਹਾਂ ਹੋਏਗਾ। ਤੇ 96 ਦੇ ਅੰਦਰ ਜਦੋਂ ਮੈਂ FSC ਦੇ ਇਮਤਿਹਾਨਾਂ ਦੀ ਤਿਆਰੀ ਕਰਦਾ ਸਾ ਪਿਆ, ਯਾਨੀ ਕਿ ਉਹ ਜਿਹੜੀ ਗੱਲ ਖੁਦਾ ਦੀ ਕਿਸ ਤਰ੍ਹਾਂ ਪੂਰੀ ਹੋਈ ਕਿ ਉਹਦੇ ਤੋਂ ਹੀ ਕੁਝ ਮਹੀਨੇ ਬਾਅਦ ਅਗਲੇ ਸਾਲ ਮੈਂ ਕੈਮਿਸਟਰੀ ਦੀ ਤਿਆਰੀ ਕਰ ਰਿਹਾ ਸੀ, ਕੈਮਿਸਟਰੀ ਦੇ ਪੇਪਰ ਦੀ। ਤੇ ਮੈਂ ਕਿਤਾਬ ਪੜ੍ਹੀ ਹੋਈ ਤੇ ਇੱਕ ਸ਼ੇਰ ਮੇਰੇ ਦਿਲ 'ਚ ਆਇਆ ਔਰ ਉਹ ਮੈਂ ਲਿਖਿਆ। ਉਹ ਮੈਂ ਦੱਸਣਾ ਚਾਹਨਾ ਕੀ ਸ਼ੇਰ ਸੀ। वही तेरे मयार पे पूरा उतर गया, कोई तेरे मयार पे वही तेरे मयार पे पूरा उतर गया, जिसकी रगों में खूने मसीहा उतर गया। हालेलुया। शरीयत मजहब एमाल जिस पे ना उतर सके, जिसमें ना उतर सके, उस पाप के सागर में तू तन्हा उतर गया। हालेलुया। तेरे लबों की बातों से तस्कीन रूह मिली, हर लफ्ज तेरा रूह में गहरा उतर गया, मिटता नहीं था दाग जो पोशाक से मेरी, तेरे लहू की धार से सारा उतर गया। अच्छा, है मैं गजल ਹੁਣ ਉਹਦੇ 'ਚ ਹੀ ਪੂਰੀ ਲਿਖ ਦਿੱਤੀ, ਆਮਦ ਹੋ ਗਈ। ਨਾਲ ਤੁਸੀਂ ਤਿਆਰੀ ਕਰ ਰਹੇ ਹੋ, ਕਿਤਾਬ ਸਾਹਮਣੇ ਵੇ। ਹਾਂਜੀ। ਤੇ ਖੁਦਾ ਨੇ ਤੁਹਾਨੂੰ ਕਲਾਮ ਦੇ ਦਿੱਤਾ। ਤੇ ਹੁਣ ਉੱਥੇ ਮੈਂ ਜਨਾਬ ਲੈ ਕੇ ਲਿਖਦੇ ਸਾਰੀ ਵਾਲਿਦ ਸਾਹਿਬ ਬਾਈਬਲ ਪੜ੍ਹ ਰਹੇ ਨੇ ਦੂਸਰੇ ਕਮਰੇ 'ਚ, ਉਹਨਾਂ ਨੂੰ ਜਾ ਕੇ ਸੁਣਾਈਏ, ਕਹਿੰਦੇ ਯਾਰ ਬੜੀ ਅੱਛੀ ਸ਼ਾਇਰੀ ਕੀਤੀ ਕਿਸੇ ਨੇ। ਉਹਨਾਂ ਦੇ ਜ਼ਿਹਨ 'ਚ ਵੀ ਨਹੀਂ ਸੀ ਯਾਰ ਇੰਨੀ ਹੈ। ਤੁਸੀਂ ਇੱਕਦਮ ਹੈਰਾਨ ਹੋ ਗਏ ਬਈ ਲਿਖਿਆ ਤੇ ਮੈਂ ਐਵੇਂ, ਤੇ ਵਾਲਾ ਸਾਹਿਬ ਨੇ ਹਾਂਜੀ ਕਹਤਾ। ਅੱਛਾ। ਨਹੀਂ, ਉਹ ਹੈਰਾਨ ਜਦੋਂ ਦੱਸਿਆ ਕਿ ਬਈ ਇਹ ਖੁਦਾ ਨੇ ਮੇਰੇ ਕੋਲੋਂ ਲਿਖਵਾਈ ਹੈ, ਤੇ ਉਹ ਮੇਰੀ ਸ਼ਕਲ ਵੇਖਣ, ਕਿਉਂਕਿ ਇਹ ਪਹਿਲਾ ਹੀ ਕੰਮ ਇੰਨਾ ਹੈਵੀ ਹੋ ਗਿਆ ਹੁੰਦਾ ਨਾ, ਬੰਦਾ ਥੋੜਾ ਢਿੱਲਾ ਲਿਖ ਕੇ ਫਿਰ, ਕਿਉਂਕਿ ਖੁਦਾ ਦੇ ਕੰਮ ਨਿਰਾਲੇ ਨੇ ਔਰ ਉਹ ਕੁਝ ਸਭ ਕੁਝ ਕਰਨ ਤੇ ਕਾਦਰ ਹੈ। ਤੇ ਇਹਦੇ ਬਾਅਦ ਫਿਰ ਇੱਕ ਸਿਲਸਿਲਾ ਹੀ ਸ਼ੁਰੂ ਹੋ ਗਿਆ। ਇੱਕ ਉਹਦੇ ਬਾਅਦ ਅਗਲੇ ਦਿਨ ਦਵਾਈਆ ਇਬਾਦਤ ਸੀ, ਹੁਣ ਦੁਆਵੇ ਕਰਨੇ ਆ, ਉਸ ਪਾਸੇ ਨਹੀਂ ਧਿਆਨ ਕਿ ਵੀ ਕੋਈ ਗੀਤ। ਤੇ ਅਚਾਨਕ ਮੇਰੀ ਰੂਹ ਦੇ ਅੰਦਰ ਨਾ ਅਲਫਾਜ਼ ਯੋਹੰਨਾ ਦੀ ਇੰਜੀਲ ਦੇ, जिथे यीशु कह रहा है कि अगर कोई प्यासा हो वो मेरे पास आए, और जो कोई मेरे पास आएगा उसके अंदर से, जैसा किताब मुकद्दस में लिखा है, जिंदगी के पानी की नदियाँ जारी हो जाएं। तो वो अल्फाज गीत की सूरत बनते चले जा रहे हैं। तो मैं प्यासा पानी के पास आया हूँ, प्यारे यीशु जी जीवन की नदियाँ बहा दे, ए दुआइया कोर्स बनता जा रहा। और फिर उसके बाद जिहड़ा उस साल का अख्ताम सी, या मैनू सही नहीं याद, शायद वो तो अगले साल का शुरू सी, ਉਹਦੇ 'ਚ ਫਿਰ ਖੁਦਾ ਨੇ ਇੱਕ ਗੀਤ ਮੈਨੂੰ ਐਸਾ ਦਿੱਤਾ ਜਿਹਦੇ ਨਾਲ ਖੁਦਾ ਨੇ ਅੱਗੇ ਵਧਾਉਣਾ ਸੀ ਮੇਰੀ ਖਿਦਮਤ, ਔਰ ਉਹ ਗੀਤ ਸੀ ਤੇਰੀ ਹਜ਼ੂਰੀ ਕਾ ਬਾਦਲ ਜ਼ੋਰ ਸੇ ਬਰਸੇ। ਬਹੁਤ ਮਸ਼ਹੂਰ ਗੀਤ ਹੈ, ਕਲੀਸਿਆਵਾਂ ਦੇ ਵਿੱਚ ਗਾਇਆ ਜਾਂਦਾ ਹੈ।
ਔਰ ਬੜੀ ਲੋਕ ਇਹ ਬਰਕਤ ਪਾਉਂਦੇ। ਗੀਤ ਜਿਹੜਾ ਨਾ ਪੂਰੀ ਦੁਨੀਆ 'ਚ ਗਾਇਆ ਗਿਆ, ਹਾਲਾਂਕਿ ਉਸ ਟਾਈਮ ਇੰਟਰਨੈਟ ਨਹੀਂ ਸੀ ਇੰਨਾ ਜ਼ਿਆਦਾ, ਔਰ ਆਹਿਸਤਾ ਆਹਿਸਤਾ ਹੀ ਕੋਈ ਗੀਤ ਜਾਂਦੇ ਜਾਂਦੇ ਫਿਰ ਪੂਰੀ ਦੁਨੀਆ 'ਚ ਪਹੁੰਚਦਾ ਸੀ। ਲੇਕਿਨ ਉਹ ਇੱਕਦਮ ਗੀਤ ਪੂਰੇ ਪਾਕਿਸਤਾਨ 'ਚ ਵੀ ਤੇ ਦੂਸਰੇ ਮਮਾਲਿਕ, ਇੱਥੋਂ ਤੱਕ ਕਿ खुदा दे खादमा ने भी वो गीत गाया, पास्टर अरनस मल ने, पास्टर इस्किल सरोज मैनू दस रहे सन कि उन्होंने बड़ा पसंद सी खुदा दे अजीम खादम, और वो भी यानी गवाते भी सन ये गीत गाते। तो मैं देख रहा था कि जिहड़ी चीज़ खुदा वालों होंदी है वो एक छोटे बच्चे के जरिए भी जे अगे आए, लेकिन वो दे अंदर खुदा की बरकत होंदी है और हर जिंदगी नूं वो पसंद आती है। तो इस तरीके उस गीत के वसीले यानी कि खुदा ने इस्तेमाल किया। फिर उसदे बाद फिर अगे खुदावंद पै दर पै इस्तेमाल करता ही इस्तेमाल करदा। फिर गीत बहुत खूबसूरत ते मशहूर गीत ने जिहड़े खुदा तुहानू देंदा गया, और फिर कलीसिया भी उतो बरकत हासिल करदे ने। बिल्कुल। ते बई आरफ खसूसी तौर ते एक और बड़ा अहम सवाल है, मैं समझना अहम इसलिए है कि इस सवाल दे नाल यकीनन तुहाडे चेहरे दे उत्ते थोड़ी जी मुस्कुराहट जरूर आएगी, क्योंकि नौजवान तुसी लगदे हो कि लगदा नहीं कि तुहाडा विआह होया है। विआह होया तुहाडा तुसी हस्से हो इस गल ते? बिल्कुल होया जी, बस इन्ना भी जवान नहीं है मैं। यानी कि एदा की राज है? नहीं, बस ये कोई कुदरती है, बस ठीक ही है। बस ठीक नहीं, खूबसूरत हो, खुदावंद ने तुहानू बड़ी बरकत दी है, और तुसी दस्सिया कि वाकई मेरा विआह होया है। बिल्कुल जी, मेरे 2 बच्चे ने। अच्छा, 2 बच्चे ने जी? बिल्कुल। बेटे ने बेटियां ने? बेटी है एक तो एक बेटा है। बड़ा बेटा है तो बेटी छोटी है। बेटा 7 साल का है, बेटी जी 3 साल की। ते पुत्र दा की नाम है? बेटे का नाम अलाइजा। बेटी दा निराया। खुदावंद ने तुहानू इस बरकत तो भी नवाजिया, खुदा दी असीं शुक्रगुजारी करने खुदा दा शुक्र। ते साडी भैन खिदमत दे विच साथ दिंदे ने? जी बिल्कुल साथ दिंदे ने, और खुदा दी कलाम सुनाते ने, और बहुत ज़्यादा खुदा ने उन्होंने बरकत दी है। और बल्कि अजकल साडा क्योंकि ये लॉकडाउन का जो जोड़े दिन चल रहे, असी डेली खुदा का कलाम और खुदा की हमदोस्ताइश नूं लैके फेसबुक ते साडा जिहड़ा पेज है वो जरिए लोगों के दरम्यान होने, तो वो कलाम खुदा का जो पेश करते हैं तो सारे काफ़ी ज़्यादा लोग उन्होंने जान रहे हैं कि वाकई खुदा ने बड़ी बरकत दी है। और इस तरह मैं भी खुदा उनकी खिदमत से। नाज़रीन, बड़ियां खूबसूरत ते सोहणियां ते मिठियां मिठियां गल्लां असी खुदा दे बंदे दे नाल कर रहे हैं, और मज़ा आ रहा है, वाकई मज़ा आ रहा है। और भाई आरफ साडे नाल ने, लेकिन इत्थे एक वेला हो गया ब्रेक दा। असी ज़रूर वक्फे तो बाद तुहाडी खिदमत च हाज़र होवांगे, ते तुसी अपने खादम दियां गल्लां, अपने वीर दियां गल्लां मिठियां मिठियां सोहणियां सोहणियां होर भी सुनोगे। जाना किते नहीं, प्रोग्राम वेखदे रहना सुच्चे मोती। जी नाज़रीन, असी वक्फे तो वापस आ चुके हैं, और इस तो पहला तुहाडे प्यारे ते सोहणे ते मिठे भरा नाल गल्लां कर रहे सां, जिन्हां दा नाम पादरी आरफ भट्टी है, साडे नाल मौजूद ने। और मैं समझना कि इस प्रोग्राम दे विच जिन्नियां खूबसूरत गवाहियां ते जिहड़ियां उन्हां दी जिंदगी दे विच बरकतां ने, अगर खुदा अपने इस खादम नूं दे सकदा तां नाज़रीन तुहानूं भी दे सकदा है। सिर्फ जरूरत इस गल की है कि असी अपने आप नूं खुदा नाल वफादार करिए। बेशक बेशक। मैं समझना कि जदों असी भाई आरफ खुदा दे विच आ जाने आ ते खुदा साडे लई बहुत सारे दरवाजे खोल दिंदा है। ते इस तो पहले असी गल कर रहे सां अपनी भैन दी कि वो खिदमत दे विच साथ दिंदे ने कि नहीं। अज़दवाजी जिंदगी कैसी गुजर रही है तुहाडी? जदों मसीह साडी जिंदगी च है ते फिर हमेशा ही कामयाबी मिलती है। और जिस तरह के खुदा दे कलाम च तिहरी डोरी का जिक्र है, 3 धागियां वाली डोरी का जिक्र है कि वह ज़्यादा मजबूत होती है, तो मियाँ बीवी के नाल तीजी डोरी जिहड़ी दरम्यान वाली है वो खुदा नूं रिप्रजेंट कर रही है। तो जो खुदावन तुहाडी जिंदगी के अंदर है तो फिर तुसी कभी जुदा नहीं हो सकते, और मजबूती होंदी है उस रिश्ते के अंदर, वो ज़्यादा मजबूत रिश्ता हो जाता है और कभी टुट नहीं सकता। और खुदा दे कलाम की रोशनी च जो असी हर रोज़ अपने आप को ताबे करने तो फिर कभी भी कोई ऐसा शैतान नूं मौका नहीं मिलता और तुहाडी जिंदगी अगे वधदी। मैं एक इत्थे दुनियावी जिहा मुहावरा इस्तेमाल करांगा। अक्सर लोग कहते हैं कि जी तिजा रलिया ते झुग्गा गलिया।
ਲੇਕਿਨ ਮੈਂ ਇੱਥੇ ਇਹ ਜ਼ਰੂਰ ਕਵਾਂਗਾ ਕਿ ਅਗਰ ਸਾਡਾ ਦਰਮਿਆਨੀ ਸਾਡਾ ਖੁਦਾਵੰਦ ਯਿਸੂ ਮਸੀਹ ਹੈ ਬੇਸ਼ੱਕ ਤੇ ਫਿਰ ਸਾਡੇ ਖਾਨਦਾਨ ਮਜ਼ਬੂਤ ਹੋ ਸਕਦਾ। ਬਿਲਕੁਲ ਬਿਲਕੁਲ। ਕਦੀ ਕਦੀ ਅਸੀਂ ਆਪਣਾ ਦਰਮਿਆਨੀ ਕਿਸੇ ਯਾਰ ਨੂੰ ਬਣਾ ਲੈਂਦੇ ਆ, ਆਪਣੇ ਕਿਸੇ ਰਿਸ਼ਤੇਦਾਰ ਨੂੰ ਬਣਾ ਲੈਂਦੇ ਆ, ਔਰ ਉਹ ਸਾਰੀ ਇਬਲੀਸ ਦੀ ਚਾਲ ਹੁੰਦੀ ਹੈ। ਉਹ ਫਿਰ ਸਾਡੇ ਖਾਨਦਾਨ ਨੂੰ ਤਬਾਹ ਕਰਦਾ ਹੈ। ਮੈਂ ਸਮਝਦਾ ਬਈ ਯਾਰ ਬਹੁਤ ਸਾਰੇ ਖਾਨਦਾਨ ਜਿਹੜੇ ਨੇ ਉਹ ਤਬਾਹ ਹੋ ਚੁੱਕੇ ਨੇ ਕਿ ਸਾਡਾ ਦਰਮਿਆਨੀ ਕੋਈ ਹੋਰ ਹੁੰਦਾ ਹੈ। ਸਾਡਾ ਦਰਮਿਆਨੀ ਯਿਸੂ ਬਣ ਜਾਏ ਤੇ ਸਾਡੇ ਖਾਨਦਾਨ ਬਾਬਰਕਤ ਹੋਣ, ਬਿਲਕੁਲ ਸਾਡੇ ਘਰਾਂ ਦੇ ਵਿੱਚ ਕਮੀ ਨਾ ਹੋਵੇ, ਸਾਡੇ ਬੱਚੇ ਬਾਬਰਕਤ ਹੋਣ। ਤੇ ਅਕਸਰ ਲੋਕੀ ਕਹਿੰਦੇ ਨੇ ਕਿ ਜੀ ਖਾਦਮਾਂ ਦੇ ਬੱਚੇ ਕਿਉਂ ਖਾਦਮ ਬਣਦੇ ਨੇ, ਖਾਦਮਾਂ ਦੇ ਬੱਚੇ ਕਿਉਂ ਪਰਸਤਾਰ ਬਣਦੇ ਨੇ, ਖਾਦਮਾਂ ਦੇ ਬੱਚੇ ਕਿਉਂ ਖੁਦਾ ਦੇ ਵਿੱਚ ਹੁੰਦੇ ਨੇ। ਉਹ ਇਸ ਲਈ ਹੁੰਦੇ ਨੇ ਕਿ ਉਹਨਾਂ ਨੇ ਉਹਨਾਂ ਦਾ ਦਰਮਿਆਨੀ ਜਿਹੜਾ ਹੈ ਖੁਦਾਵੰਦ ਨੂੰ ਬਣਾਇਆ ਹੈ। ਬਿਲਕੁਲ। ਇਸ ਲਈ ਬੜਾ ਜ਼ਰੂਰੀ ਹੈ ਕਿ ਸਾਡਾ ਦਰਮਿਆਨੀ ਖੁਦਾਵੰਦ ਹੋਏ। ਤੇ ਭਾਈ ਆਰਫ, ਖਿਦਮਤ ਦੇ ਵਾਸਤੇ ਜਦੋਂ ਤੁਸੀਂ ਜਾਂਦੇ ਹੋ ਤੇ ਭੈਣ ਹਰੀ ਹਰ ਜਗ੍ਹਾ ਨਾਲ ਜਾਂਦੇ ਨੇ ਜਾਂ ਉਹ ਘਰ ਦੇ ਵਿੱਚ ਰਹਿੰਦੇ ਨੇ, ਬੱਚਿਆਂ ਨੂੰ ਸੰਭਾਲਦੇ ਨੇ? ਅਸੀਂ ਇੱਕ ਦੂਜੇ ਨੂੰ ਸਪੋਰਟ ਕਰਨੇ ਆ। ਜਿੱਥੇ ਉਹਨਾਂ ਨੂੰ ਖੁਦਾ ਨੇ ਇਸਤੇਮਾਲ ਕਰਨਾ ਹੈ ਉੱਥੇ ਮੈਂ ਬੱਚਿਆਂ ਦੀ ਤੇ ਘਰ ਦੀ ਜ਼ਿੰਮੇਦਾਰੀ 'ਚ ਜ਼ਿਆਦਾ ਕੋਸ਼ਿਸ਼ ਕਰਨਾ। ਲੇਕਿਨ ਇੱਕ ਗੱਲ ਹੈ ਕਿ ਜ਼ਿਆਦਾਤਰ ਅੱਜ ਤੱਕ ਉਹਨਾਂ ਨੇ ਹੀ ਇੱਕ ਕੁਰਬਾਨੀ ਦਿੱਤੀ ਹੈ। ਹਾਲਾਂਕਿ ਖੁਦਾ ਉਹਨਾਂ ਨੂੰ ਵੀ ਜ਼ਬਰਦਸਤ ਤਰੀਕੇ ਨਾਲ ਸਾਰਾ ਕਲਾਮ ਦੀ ਬਰਕਤ ਦਿੱਤੀ ਹੋਈ ਹੈ। ਲੇਕਿਨ ਇਹ ਵੀ ਇੱਕ ਸਿੱਖਣ ਦੀ ਗੱਲ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਵੀ ਖੁਦਾ 'ਚ ਉਹਨਾਂ ਨੂੰ ਵੀ ਗਰੋ ਤਾਂ ਕਿ ਉਹ ਵੀ ਕਰਨ, ਇਹਦੇ ਵੀ ਜ਼ਿੰਮੇਦਾਰ ਆ। ਔਰ ਉਹਨਾਂ ਦੀ ਜ਼ਿੰਦਗੀ ਕਿਸੇ ਤਰ੍ਹਾਂ ਕੋਈ ਕਮੀ ਨਾ ਰਹਿ ਜਾਏ। ਉਹ ਵੱਡੇ ਹੋ ਕੇ ਕਿਤੇ ਵੀ ਇਹ ਨਾ ਕਹਿਣ ਕਿ ਜੀ ਕਿਉਂਕਿ ਸਾਡੇ ਵਾਲਿदैन ਖੁਦਾ ਦੀ ਖਿਦਮਤ ਕਰਦੇ ਸਨ ਇਸ ਲਈ ਅਸੀਂ ਇਗਨੋਰ ਹੋਏ ਹਾਂ। ਤੇ ਇਹ ਚੀਜ਼ਾਂ ਨੂੰ ਬੈਲੈਂਸ ਕਰਨਾ ਖੁਦਾ ਦਾ ਕਲਾਮ ਮਤਲਬ ਤੁਸੀਂ ਬੱਚਿਆਂ ਨਾਲ ਵੀ ਬੈਲੈਂਸ ਕੀਤਾ ਹੋਇਆ, ਤੁਸੀਂ ਉਹਨਾਂ ਨਾਲ ਵੀ ਉਹਨਾਂ ਹੀ ਵਕਤ ਗੁਜ਼ਾਰਦੇ ਹੋ। ਮਤਵਾਜ਼ਨ ਜਿਹੜਾ ਜ਼ਿੰਦਗੀ ਹੈ ਉਹ ਸਿਖਾਉਂਦਾ ਖੁਦਾ ਦਾ ਕਲਾਮ। ਅਕਸਰ ਸਾਡੇ ਭਰਾਵਾਂ ਦੇ ਇਹ ਗਿਲੇ ਸ਼ਿਕਵੇ ਹੁੰਦੇ ਨੇ ਜਾਂ ਉਹ ਇਹ ਗੱਲ ਕਰਦੇ ਨੇ ਕਿ ਘਰ ਦੇ ਜਿਹੜੇ ਕੰਮ ਨੇ ਉਹ ਸਿਰਫ ਬੀਵੀ ਕਰੇ, ਉਹਨੂੰ ਹੀ ਕਰਨ ਦੀ ਲੋੜ ਹੈ, ਮੇਰਾ ਕੋਈ ਹੱਕ ਨਹੀਂ। ਤੇ ਕਿਆ ਤੁਸੀਂ ਘਰ ਦੇ ਕੰਮ ਸਾਰੇ ਮਿਲ ਜੁਲ ਕੇ ਕਰਦੇ ਹੋ? ਇਹ ਜਿਹੜਾ ਸੋਚ ਹੈ ਇਹ ਇੱਕ ਨੈਗੇਟਿਵ ਸੋਚ ਹੈ ਜਿਹੜੇ ਸਾਡੇ ਮਾਸ਼ਰੇ 'ਚ ਪਾਈ ਜਾਂਦੀ ਹੈ। ਤੁਸੀਂ ਦੁਨੀਆ ਦੇ ਦੂਸਰੇ ਕਲਚਰਸ 'ਚ ਜਾਓ ਤੇ ਇਹ ਚੀਜ਼ ਨਹੀਂ ਪਾਈ ਜਾਂਦੀ ਕਿ ਸਾਰਾ ਕੁਝ ਔਰਤ ਹੀ ਕਰੇ ਔਰ ਮਰਦ ਕਰੇ ਤੇ ਉਹਨੂੰ ਮਿਹਣੇ ਦਿੰਦੇ ਨੇ ਲੋਕੀ ਕਿ ਵੀ ਤੂੰ ਕਰ ਰਿਹਾ, ਤੂੰ ਬੁੱਢੀ ਥੱਲੇ ਲੱਗਿਆ। ਜਿਵੇਂ ਨਸਬ ਵੀ ਬੜੀ ਮਸ਼ਹੂਰ ਹੈ ਜਿਹੜੀ ਯਾਦ ਆਇਆ ਤੁਹਾਨੂੰ? ਜੀ ਜੀ। ਤੇ ਇਹ ਸਾਡੇ ਇੱਕ ਨੈਗੇਟਿਵ, ਅਸੀਂ ਬੜੇ ਫਖਰ ਕਰਨੇ ਆ ਪੰਜਾਬੀ ਲੋਕ ਖਸੂਸਨ ਜਿਹੜੇ ਇਹਨਾਂ ਗੱਲਾਂ ਤੇ ਕਿ ਬਈ ਮੈਂ ਤੇ ਮਰਦ ਆ, ਮੈਂ ਤੇ ਕੋਈ ਕੰਮ ਨਹੀਂ ਕਰਨਾ। ਹਾਲਾਂਕਿ ਇਹ ਕੋਈ ਇੰਨੀ ਅੱਛੀ ਗੱਲ ਨਹੀਂ। ਜਿਹੜਾ ਖੁਦਾ ਦਾ ਕਲਾਮ ਹੈ ਸਾਨੂੰ ਉਹਦੇ ਤੇ ਤੁਰਨਾ ਔਰ ਇੱਕ ਦੂਜੇ ਦਾ ਸਾਥ ਦੇਣਾ। ਔਰ ਇਹ ਜ਼ੁਲਮ 'ਚ ਆ ਜਾਂਦੀ ਹੈ ਚੀਜ਼ ਕਿ ਤੁਸੀਂ ਕੁਝ ਵੀ ਨਹੀਂ ਕਰ ਰਹੇ। ਮਿਸਾਲ ਦੇ ਤੌਰ ਨਾਲ ਸੁਬਹ ਬੱਚਿਆਂ ਨੂੰ ਉਠਾਉਣਾ ਵੀ ਤੁਹਾਡੀ ਮਿਸਿਸ ਨੇ ਵੇ, ਉਹਨਾਂ ਨੂੰ ਤਿਆਰ ਵੀ ਕਰਾਏ, ਉੱਥੇ ਪਰਾਠੇ ਵੀ ਪਕਾਏ, ਨਾਲ ਇੱਕ ਦਫਾ ਕਿਚਨ 'ਚ ਜਾਂਦੀ ਹੈ, ਦੂਜਾ ਛੇਤੀ ਨਾਲ ਬੱਚਾ ਰੋਇਆ, ਫਿਰ ਉਹਦੀ ਸ਼ਰਟ ਠੀਕ ਕੀਤੀ, ਫਿਰ ਉੱਥੇ ਗਈ ਕਿਤੇ ਪਰਾਠਾ ਨਾ ਸੜ ਜਾਏ, ਫਿਰ ਉਹ ਦੂਜਾ ਬੱਚਾ ਉਹਨੂੰ ਨਾਲ ਨਵਾ ਰਹੀ ਹੈ। ਤੇ ਜੀ ਖੁਦਾ ਦਾ ਖਾਦਮ ਕਲਾਮ ਖੋਲ ਕੇ ਬੈਠਾ ਜੀ ਮੈਂ ਤੇ ਬੜਾ ਰੂਹਾਨੀ ਹੈ, ਮੈਂ ਤੇ ਕੁਝ ਵੀ ਨਹੀਂ ਕਰ ਸਕਦਾ, ਬਸ ਸਭ ਕੁਝ ਉਹਨੂੰ ਹੀ ਚਾਹੀਦਾ ਹੈ ਨਾਲ ਉਹਨੂੰ ਕਰੇ, ਕੋਈ ਹੈਲਪ ਕਰੇ। ਪਰ ਖੁਦਾ ਨੇ ਮਦਦਗਾਰ ਬਣਾਇਆ। ਮੈਂ ਪ੍ਰੈਕਟੀਕਲ ਐਗਜ਼ਾਮਪਲ ਇਸ ਲਈ ਦੇ ਰਿਹਾ ਕਿ ਸਵੇਰ ਦਾ ਹੀ ਮਾਹੌਲ ਤੁਸੀਂ ਵੇਖ ਲਓ ਤੇ ਉਹਦੇ 'ਚ ਪਤਾ ਚੱਲ ਰਿਹਾ ਕਿ ਵੀ ਇੱਕ ਜ਼ੁਲਮ ਹੋ ਰਿਹਾ। ਇੱਕ ਸ਼ਖਸੀਅਤ ਸੋਚੋ ਕਿ ਉਹ ਜਿਹੜੀ ਇੱਕ ਔਰਤ ਹੈ ਉਹ ਸ਼ਾਮ ਤੱਕ ਕਿੰਨੀ ਡਿਪਰੈਸਡ ਹੋ ਗਈ ਕਿ ਮੈਂ ਕੀ ਕਰਨਾ ਖੁਦਾ ਦੀ, ਸਾਰਾ ਪ੍ਰੈਸ਼ਰ ਤੇ ਮੇਰੇ ਤੇ ਕੰਮਾਂ ਦਾ, ਕਿਉਂਕਿ ਉਹ ਆਪਣੀ ਜਿਹੜੀ ਉਹਨੂੰ ਖੁਦਾ ਨੇ ਖਿਦਮਤ ਦਿੱਤੀ ਹੈ ਉਹ ਤਾਂ ਹੀ ਕਰ ਸਕੇਗੀ ਜੇ ਉਹਦਾ ਸ਼ੋਹਰ ਉਹਦੇ ਨਾਲ ਸਾਥ ਦੇਵੇ ਫਿਰ ਹੀ। ਔਰ ਇਹ ਖੁਸੂਸਨ ਜਿਹੜੇ ਖੁਦਾ ਦੇ ਲੋਕ ਨੇ ਉਹਨਾਂ ਨੂੰ ਇਹ ਰਿਕੁਐਸਟ ਕਰਨਾ, ਬੇਨਤੀ ਕਰਨਾ ਕਿ ਤੁਸੀਂ ਉਹ ਜਿਹੜੇ ਇਹ ਕਰ ਸਕਦੇ ਹੋ ਕਿ ਤੁਸੀਂ ਆਪਣੇ ਜਿਹੜੇ ਵੀ ਘਰ 'ਚ ਨਾ ਸਿਰਫ ਤੁਹਾਡੀ ਮਿਸਿਸ, ਤੁਹਾਡੀ ਮਾਂ ਹੋ ਸਕਦੀ, ਤੁਹਾਡੀਆਂ ਭੈਣਾਂ ਹੋ ਸਕਦੀਆਂ ਨੇ, ਕਿ ਉਹਨਾਂ ਦੇ ਅੰਦਰ ਵੀ ਖੁਦਾ ਨੇ ਕੁਝ ਰੱਖਿਆ ਹੈ ਜਿਹੜਾ ਇਸਤੇਮਾਲ ਹੋ ਸਕਦਾ ਖੁਦਾ ਦੀ ਕਿੰਗਡਮ ਲਈ। ਤੇ ਤੁਸੀਂ ਬਰਾਏ ਮਿਹਰਬਾਨੀ ਸਿਰਫ ਆਪਣੇ ਬਾਰੇ 'ਚ ਹੀ ਨਾ ਸੋਚਦੇ ਰਹੋ, ਉਹਨਾਂ ਦੇ ਬਾਰੇ 'ਚ ਵੀ ਸੋਚੋ ਕਿ ਕਿਸ ਤਰ੍ਹਾਂ ਉਹਨਾਂ ਨੂੰ ਵੀ ਅੱਗੇ ਲੈ ਕੇ ਆਇਆ ਜਾਏ ਤਾਂ ਕਿ ਉਹਨਾਂ ਦੇ ਅੰਦਰ ਵੀ ਜਿਹੜੇ ਤੋੜੇ ਨੇ ਉਹ ਵੀ ਅੱਛੇ ਤਰੀਕੇ ਨਾਲ ਮਸੀਹ ਦੇ ਲਈ ਇਸਤੇਮਾਲ ਹੋ। ਅਕਸਰ ਇਹ ਹੁੰਦਾ ਕਿ ਸ਼ਾਮ ਨੂੰ ਜਦੋਂ ਬੀਵੀ ਥੱਕ ਜਾਂਦੀ ਏ ਤੇ ਕਦੀ ਉਹ ਕਹਿ ਦੇਵੇ ਆਪਣੇ ਖਾਵੰਦ ਨੂੰ ਕਿ ਜੀ ਮੈਂ ਅੱਜ ਕੰਮ ਕਰਕੇ ਥੱਕ ਗਿਆ, ਤੇ ਅਕਸਰ ਸਾਡੇ ਭਰਾ ਕਹਿਣਗੇ ਲੈ ਤੂੰ ਅੱਜ ਪਹਿਲੀ ਵਾਰੀ ਕੀਤਾ। ਤੇ ਅਹਿਸਾਸ ਕਰਨਾ ਚਾਹੀਦਾ ਅਗਰ ਅਸੀਂ ਥੋੜੀ ਜਿਹੀ ਹੈਲਪ ਉਹਦੇ ਨਾਲ ਕਰ ਦਿੰਦੇ ਆ, ਉਹਦਾ ਹੱਥ ਵਧਾਉਂਦੇ ਆ ਤੇ ਕਲਾਮ ਦੇ ਮੁਤਾਬਕ ਵੀ ਕਿ ਅਸੀਂ ਇੱਕ ਦੂਸਰੇ ਲਈ ਮਦਦਗਾਰ ਆ। ਇੱਕ ਦਿਨ ਕਿਸੇ ਨੂੰ ਕੰਮ ਕਰਨਾ ਪੈ ਜਾਏ ਨਾ ਕਿਸੇ ਇਹੋ ਜਿਹੇ ਬੰਦੇ ਨੂੰ, ਫਿਰ ਉਹਨੂੰ ਲੱਗ ਸਮਝ ਜਾਏਗੀ ਕਿ ਕਿੰਨਾ ਮੁਸ਼ਕਲ ਕੰਮ ਹੈ ਔਰ ਕਿੰਨੀ ਥਕਾਵਟ ਹੋ ਜਾਂਦੀ ਹੈ। ਉਹ ਬੰਦਾ 2 ਦਿਨ ਫਿਰ ਕਹਿੰਦਾ ਬਈ ਮੈਨੂੰ ਕੋਈ ਕੁਝ ਨਾ ਕਵੇ ਉਹਨੂੰ। ਔਰ ਇਹ ਸੋਚੋ ਕਿ ਜਿਹੜਾ ਰੋਜ਼ ਘਰ ਦੇ ਕੰਮ ਕਰਦੇ ਨੇ ਜਿਹੜੀਆਂ ਸਾਡੀਆਂ ਔਰਤਾਂ ਭੈਣਾਂ, ਤੇ ਉਹਨਾਂ ਦੇ ਕਿੰਨਾ ਉਹਨਾਂ ਨੇ ਕਦੀ ਕਿਹਾ ਹੀ ਨਹੀਂ ਔਰ ਕਦੀ ਉਹਦਾ ਕ੍ਰੈਡਿਟ ਹੀ ਨਹੀਂ ਮੰਗਿਆ।
ਕਿ ਅਸੀਂ ਰੋਜ਼ ਕਿੰਨਾ ਬਰਡਨ ਚੁੱਕਿਆ ਹੋਇਆ, ਤੇ ਇਸ ਲਈ ਖਿਆਲ ਕਰਨਾ ਚਾਹੀਦਾ। ਅਸੀਂ ਮਸੀਹ ਦੇ ਲੋਕ ਆ, ਸਾਨੂੰ ਤੇ ਖੁਦਾ ਦੇ ਕਲਾਮ ਨੇ ਰੋਸ਼ਨੀ ਦਿੱਤੀ ਹੈ, ਤੇ ਸਾਨੂੰ ਖਿਆਲ ਕਰਨਾ ਚਾਹੀਦਾ ਔਰ ਉਹਨਾਂ ਨੂੰ ਇਨਕਰੇਜ, ਤਾਂ ਕਿ ਉਹ ਵੀ ਕੁਝ ਕਰ ਸਕਣ ਮਸੀਹ ਦੇ ਲਈ। ਬੜਾ ਖੂਬਸੂਰਤ ਇੱਕ ਮੈਂ ਕਮੈਂਟਸ ਪੜ੍ਹਿਆ ਸੋਸ਼ਲ ਮੀਡੀਆ ਤੇ, ਉਹ ਇਹ ਸੀ ਕਿ ਦੁਨੀਆ ਦਾ ਉਹ ਬੰਦਾ ਦੱਸੋ ਕਿ ਜਿਹੜਾ 24 ਆਵਰ ਕੰਮ ਕਰਦਾ, ਮਤਲਬ ਰੈਸਟ ਨਹੀਂ ਕਰਦਾ, ਯਾਨੀ ਕਿ ਤਿਆਰ ਰਹਿੰਦਾ, ਤੇ ਉਹ ਅੱਗੇ ਉਹਦਾ ਜਵਾਬ ਇਹ ਲਿਖਿਆ ਸੀ ਕਿ ਉਹ ਔਰਤ ਹੈ ਕਿ ਜਿਹੜੀ 24 ਆਵਰ ਕੰਮ ਕਰਦੀ ਏ। ਰਾਤ ਨੂੰ ਕਈ ਵਾਰੀ ਬੱਚੇ ਰੋ ਪੈਣ ਤੇ ਮੇਰਾ ਖਿਆਲ ਹੈ ਮੀਆਂ ਨੇ ਤੇ ਕਹਿਣਾ ਮੈਂ ਤੇ ਅੱਜ ਬੜਾ ਥੱਕਿਆ, 8 ਘੰਟੇ ਡਿਊਟੀ ਕਰਕੇ ਉਹ ਥੱਕ ਜਾਂਦਾ ਤੇ ਉਹ 24 ਘੰਟੇ ਡਿਊਟੀ ਕਰਕੇ ਥੱਕਦੀ ਨਹੀਂ, ਤੇ ਫਿਰ ਵੀ ਉਹਨੇ ਹੀ ਉੱਠਣਾ ਹੁੰਦਾ। ਤੇ ਮੈਂ ਸਮਝਣਾ ਕਿ ਸਾਡੇ ਲਈ ਇੱਕ ਮਜ਼ਬੂਤ ਰਿਸ਼ਤਾ ਇਹ ਹੋਈ ਹੈ ਮੀਆਂ ਬੀਵੀ ਦਾ, ਤੇ ਸਾਨੂੰ ਇਹਨੂੰ ਮਜ਼ਬੂਤੀ ਨਾਲ ਚਲਾਉਣਾ। ਔਰ ਬਿਲਖਸੂਸ ਜਿਹੜੇ ਲੋਕੀ ਚਾਹੁੰਦੇ ਨੇ ਕਿ ਉਹਨਾਂ ਦੀ ਖੁਸੂਸਨ ਬੀਵੀ ਜਿਹੜੀ ਹੈ, ਉਹਨਾਂ ਦਾ ਸਾਥੀ ਜਿਹੜਾ ਉਹ ਖੁਦਾ 'ਚ ਇੰਟਰਸਟ ਲਵੇ ਜਾਂ ਖੁਦਾ 'ਚ ਅੱਗੇ ਵਧੇ, ਤੇ ਉਹਨਾਂ ਨੂੰ ਇਹ ਚੀਜ਼ਾਂ ਦੇਖਣੀਆਂ ਕਿ ਖਾਲੀ ਕਲਾਮ ਸੁਣਾਉਣਾ ਕਾਫੀ ਨਹੀਂ, ਬਲਕਿ ਜੇ ਤੁਸੀਂ ਜ਼ਰਾ ਜਿਹਾ ਉਹਨੂੰ ਰਿਲੈਕਸ ਵੀ ਕਰੋਗੇ ਤੇ ਉਹ ਜ਼ਰੂਰ ਮਸੀਹ 'ਚ ਔਰ ਉਹਦੇ ਕੰਮਾਂ 'ਚ ਜ਼ਰੂਰ ਆਪਣਾ ਦਿਲ ਖੋਲ੍ਹ ਕੇ, ਔਰ ਦੁਆ 'ਚ ਵੀ ਕਈ ਦਫਾ ਹੁੰਦਾ ਨਾ ਕਿ ਇਹ ਨਹੀਂ ਜੀ ਬਹਿੰਦੀ ਦੁਆ 'ਚ, ਔਰ ਇਹ ਨਹੀਂ ਦੇਖ ਰਹੇ ਕਿ ਮੈਂ ਕਿੰਨਾ ਜ਼ੁਲਮ ਕੀਤਾ ਹੋਇਆ ਤੇ ਜਿਹਦੇ ਵਿੱਚ ਉਹਦਾ ਦਿਲ ਬੰਦ ਹੈ। ਔਰ ਜੇ ਥੋੜ੍ਹਾ ਜਿਹਾ ਵੀ ਉਹਨੂੰ ਮੁਹੱਬਤ ਦੇ ਨਾਲ ਅੱਗੇ ਵਧਾਇਆ ਜਾਏ, ਫਰੈਸ਼ ਕੀਤਾ ਜਾਏ, ਤੇ ਉਹ ਹਰ ਚੀਜ਼ ਨੂੰ ਖੁੱਲ੍ਹ ਕੇ ਕਰੇਗੀ ਔਰ ਖੁਦਾ ਦਾ ਕੰਮ ਹੋ ਸਕੇ। ਮੈਂ ਜ਼ਰੂਰ ਇੱਥੇ ਦੱਸਣਾ ਚਾਹਾਂਗਾ, ਮੇਰੀ ਮਿਸਿਸ, ਮੇਰੀ ਬੀਵੀ ਜਿਹੜੀ ਹੈ, ਖੁਦਾਵੰਦ ਦਾ ਸ਼ੁਕਰ ਹੈ ਕਿ ਅਸੀਂ ਮਿਲ ਕੇ ਖਿਦਮਤ ਕਰ ਰਹੇ ਹਾਂ। ਕਦੀ ਕਦੀ ਇਹ ਹੁੰਦਾ ਕਿ ਅਸੀਂ ਲੇਟ ਹੋ ਜਾਈਏ ਤੇ ਮੈਂ ਕਹਿੰਦਾ ਚੱਲ ਮੈਂ ਹਾਂਡੀ ਪਕਾ ਲੈਣਾ ਤੇ ਤੂੰ ਰੋਟੀਆਂ ਬਣਾ ਲੈ, ਔਰ ਸਾਡੇ ਬੱਚੇ ਵੀ ਹੁਣ ਜਵਾਨ ਹੋ ਗਏ ਨੇ, ਔਰ ਕਦੀ ਕਦੀ ਉਹ ਵੀ ਕੁਝ ਨਾ ਕੁਝ ਕਰਨ ਲੱਗ ਪੈਂਦੇ ਨੇ, ਤੇ ਫਿਰ ਟਾਈਮ ਬਚ ਜਾਂਦਾ। ਅਗਰ ਮੈਂ ਹਾਂਡੀ ਬਣਾ ਰਿਹਾ, ਉਹ ਰੋਟੀਆਂ ਪਕਾ ਰਹੀਏ, ਅਗਰ ਉਹ ਰੋਟੀ ਪਕਾ ਕੇ ਹਾਂਡੀ ਬਣਾਏਗਾ ਜਾਂ ਹਾਂਡੀ ਪਕਾ ਕੇ ਰੋਟੀ ਬਣਾ ਕੇ, ਤੇ ਕਿੰਨਾ ਵਕਤ ਦਰਕਾਰ ਹੈ। ਤੇ ਇਸ ਤਰ੍ਹਾਂ ਵੰਡ ਕੇ ਜਦੋਂ ਅਸੀਂ ਚੱਲਨੇ ਆ ਤੇ ਮੇਰਾ ਖਿਆਲ ਹੈ ਕਿ ਵਕਤ ਵੀ ਘੱਟ ਲੱਗੇਗਾ ਔਰ ਖਾਨਦਾਨ ਵੀ ਮੁਹੱਬਤ ਦੇ ਨਾਲ ਚੱਲਦਾ ਰਹੇਗਾ, ਲੜਾਈਆਂ ਝਗੜੇ ਵੀ ਨਹੀਂ ਹੋਣਗੇ। ਤੇ ਬਈ ਆਰਫ, ਖਾਣਾ ਜਿਹੜਾ ਉਹ ਸਾਡੀ ਭੈਣ ਦੇ ਹੱਥ ਦਾ ਪਸੰਦ ਕਰਦੇ ਹੋ ਜਾਂ ਬਾਹਰੋਂ ਪਸੰਦ ਕਰਦੇ ਹੋ? ਨਹੀਂ ਜੀ, ਮੈਂ ਤੇ ਘਰ ਦਾ ਹੀ ਖਾਣਾ, ਕਿਉਂਕਿ ਉਂਝ ਵੀ ਮੈਨੂੰ ਨਾ ਜ਼ਿਆਦਾ ਬਾਹਰ ਠੋਰਨਾ ਪੈਂਦਾ, ਉਹ ਬਸ ਐਵੇਂ ਜਲਦੀ ਮੈਂ ਥੱਕ ਜਾਂਦਾ। ਮੈਂ ਤਾਂ ਕਹਿਣਾ ਕਿ ਜਿੰਨਾ ਟਾਈਮ ਘਰ 'ਚ ਹੀ ਹੋਵੇ ਔਰ ਘਰ ਦੀ ਰੋਟੀ ਜਿਹੜੀ ਬੈਸਟ ਹੁੰਦੀ। ਕਿਆ ਬਾਤ ਹੈ, ਯਾਨੀ ਕਿ ਬਾਹਰ ਦੇ ਖਾਣਿਆਂ ਨਾਲ ਅਕਸਰ ਡਾਕਟਰਸ ਕਹਿੰਦੇ ਨੇ ਕਿ ਬਿਮਾਰੀਆਂ ਫੈਲਦੀਆਂ, ਲੇਕਿਨ ਇਹ ਸੱਚੀ ਗੱਲ ਹੈ ਕਿ ਖਾਣੇ ਪੈਂਦੇ ਨੇ, ਕਿਉਂਕਿ ਅਸੀਂ ਖਿਦਮਤ 'ਚ ਹਾਂ ਤੇ ਕੋਈ ਕਲੀਸਿਆ ਦੇ ਨਾਲ ਅਕਸਰ ਹੀ ਬਾਹਰ ਹੀ ਰਫਾਕਤ ਰੱਖਣੀ ਪੈਂਦੀ ਹੈ। ਇਹ ਵੀ ਨਹੀਂ ਬੰਦਾ ਨਹੀਂ ਜੀ ਮੈਂ ਤਾਂ ਘਰ ਦਾ ਹੀ ਖਾਣਾ ਨਹੀਂ, ਲੇਕਿਨ ਇਹ ਹੈ ਕਿ ਕੋਸ਼ਿਸ਼ ਇਹੀ ਹੁੰਦੀ ਕਿ ਕਦੀ ਕੋਈ ਆਪੀ ਵੀ ਪਕਾਇਆ ਕੁਝ? हाँ जी, मैं असल च ना जो छोटा सा तो मेरे दादा ने मैंने कुकिंग सिखाई सी। अच्छा। लेकिन वो फिर मैं आहिस्ता आहिस्ता भुल गया, लेकिन एक बारी मैं बैंगणा च पानी पा दिता सी, हालांकि उन्होंने तो अपना पानी होंदा है। ये मैं जो शादी तो पहले दी गल कर रहा, लेकिन जो शादी हुई है कि एक गल है दस्या पानी नहीं पाना। हाँ नहीं मैं, लेकिन उसके बाद मैं शायद नादर ही कोई ऐसा लम्हा होया जो मैं कुकिंग की होए, लेकिन नाश्ते च अंडे शंडे बना लेने। अच्छा। ਸਾਡੀ ਭੈਣ ਸਭ ਤੋਂ ਖੂਬਸੂਰਤ ਕਿਹੜੀ ਡਿਸ਼ ਪਕਾਉਂਦੀ? ਉਹ ਇੱਕ ਮਗਰਬੀ ਇੱਕ ਡਿਸ਼ ਹੈ ਜਿਹੜੀ ਉਹਨੂੰ ਸੂਪ ਵਗੈਰਾ ਜਿਹੜੇ ਹੁੰਦੇ ਨੇ ਨਾ, ਚਾਈਨੀਜ਼। ਹਾਂ, ਚਾਈਨੀਜ਼ ਬਹੁਤ ਅੱਛਾ ਉਹ ਤਿਆਰ ਕਰਦਾ, ਮਤਲਬ ਉਹਨਾਂ ਕਿਤੋਂ ਸਿੱਖਿਆ ਵਗੈਰਾ? ਹਾਂ ਜੀ, ਉਹ ਸ਼ੁਰੂ ਤੋਂ ਹੀ ਉਹ ਇਹਨਾਂ ਚੀਜ਼ਾਂ ਨੂੰ, ਸੂਪ ਹੋ ਗਿਆ ਜਾਂ ਔਰ ਜਿਹੜੀਆਂ ਉਹ ਨਾਂ ਭੁੱਲ ਗਏ ਨੇ, ਉਹ ਅਜੀਬ ਜਿਹੇ ਨਾਂ ਨੇ, ਹੁਣ ਅਸੀਂ ਕਿ ਪੰਜਾਬੀ ਦਾ ਪ੍ਰੋਗਰਾਮ ਹੁਣ ਕੀ ਤੁਸੀਂ ਚਾਈਨੀਜ਼ ਡਿਸ਼ਾਂ ਦੇ ਨਾਮ। ਅੱਛਾ ਬਈ ਆਰਫ, ਬਹੁਤ ਖੂਬਸੂਰਤ ਗੱਲਾਂ ਅਸੀਂ ਕਰਨੇ ਆ ਪਏ, ਤੇ ਬਹੁਤ ਸਾਰੀਆਂ ਗੱਲਾਂ ਮੈਨੂੰ ਨਾਲ ਨਾਲ ਯਾਦ ਵੀ ਆਉਂਦੀਆਂ ਪਈਆਂ। ਤੇ ਖੇਡ ਕਿਹੜੀ ਪਸੰਦ ਹੈ ਤੁਹਾਨੂੰ? ਖੁਦਾ ਨੇ ਖਿਦਮਤ ਤੇ ਤੁਹਾਨੂੰ ਪ੍ਰਸਤਿਸ਼ ਦੀ ਵੀ ਦਿੱਤੀ ਹੈ, ਪਾਸਬਾਨੀ ਖਿਦਮਤ ਵੀ ਦਿੱਤੀ ਹੈ, ਲੇਕਿਨ ਜਦੋਂ ਤੁਸੀਂ ਵਿਹਲੇ ਹੁੰਦੇ ਹੋ ਦਿਲ ਤੇ ਕਰਦਾ ਹੋਣਾ ਕਦੀ ਕੋਈ ਯਾਰ ਖੇਡੀਏ, ਬੱਚਿਆਂ ਨਾਲ ਵਕਤ ਗੁਜ਼ਾਰੀਏ, ਬਹੁਤ ਜ਼ਿਆਦਾ। ਤੇ ਫਾਰਗ ਵਕਤ ਕਿੰਜ ਗੁਜ਼ਾਰਦੇ ਹੋ? ਸਪੋਰਟਸ ਜਿਹੜੀ ਹੈ ਨਾ, ਉਹ ਤੇ ਬੜੀ ਕਮਜ਼ੋਰੀ ਮੇਰੀ, ਖੁਸੂਸਨ ਲਾਈਵ ਮੈਚਸ ਵੇਖਣਾ, ਖੇਡਣਾ ਤੇ ਉਹ ਜ਼ਿਆਦਾ ਇੰਨਾ ਨਹੀਂ ਮੌਕਾ ਮਿਲਿਆ। ਸਕੂਲ ਦੇ ਜ਼ਮਾਨੇ 'ਚ ਮੈਂ ਬਾਸਕਿਟਬਾਲ ਖੇਡਦਾ ਹੁੰਦਾ ਸੀ, ਸਾਡਾ ਸਕੂਲ ਸੈਂਟ ਜੌਨ ਸਕੂਲ, ਸੋ ਉਹਦੇ 'ਚ ਬਾਸਕਿਟਬਾਲ ਤੇ ਟੇਬਲ ਟੈਨਿਸ ਔਰ ਕ੍ਰਿਕਟ, ਸਾਰੀਆਂ ਗੇਮਾਂ 'ਚ ਯਾਨੀ ਕਿ ਅਸੀਂ ਹਿੱਸਾ ਲੈਂਦੇ ਸੀ, ਪਰ ਲੇਕਿਨ ਉਹਦੇ 'ਚ ਇੰਨਾ ਨਹੀਂ ਸੀ ਟੈਲੈਂਟ ਕਿ ਜ਼ਿਆਦਾ ਉੱਪਰ ਆ ਕੇ ਬੰਦਾ ਖੇਡੇ ਕੋਈ ਟੀਮਾਂ ਵਗੈਰਾ 'ਚ, ਲੇਕਿਨ ਵੇਖਣ ਦਾ ਬੜਾ ਸ਼ੌਕ। ਤੇ ਇਹ ਹੈ ਕਿ ਕ੍ਰਿਕਟ ਦੀ ਤੇ ਹਰ ਤਰ੍ਹਾਂ ਦੀ ਐਥਲੈਟਿਕਸ ਜੋ ਵੀ ਗੇਮ ਹੈ ਨਾ, ਜਦੋਂ ਲਾਈਵ ਯਾਨੀ ਕਿ ਜੋ ਵੀ ਆ ਰਹੀ ਹੈ ਔਰ ਉਹਦਾ ਪੂਰਾ ਯਾਨੀ ਕਿ ਬਾਕਾਇਦਾ ਯਾਨੀ ਕਿ ਵਿਊਅਰ ਹਾਂ ਮੈਂ। ਔਰ ਹੁਣ ਟਾਈਮ ਤੇ ਨਹੀਂ ਮਿਲਦਾ ਕਿ ਬੰਦਾ ਬੈਠ ਕੇ ਪੂਰਾ ਮੈਚ ਵੇਖ, ਲੇਕਿਨ ਕਿਉਂਕਿ ਇੰਟਰਸਟ ਹੈ ਤੇ ਆਉਂਦੇ ਜਾਂਦੇ ਵੀ ਮੋਬਾਈਲ ਦੇ ਜ਼ਰੀਏ, ਅਖਬਾਰਾਂ ਦੇ ਜ਼ਰੀਏ ਕਿ ਕਿਹੜੀ ਟੀਮ ਜਿੱਤੀ, ਕਿਹੜੀ ਹਾਰੀ, ਉਹ ਦਿਨ 'ਚ ਹੁੰਦਾ। ਮਤਲਬ ਟਾਈਮ ਜਿਹੜਾ ਉਹ ਮੈਨੇਜ ਕਰਨਾ
ਮੁਸ਼ਕਿਲ ਹੈ ਕਿ ਮਤਲਬ ਕੋ ਥੋੜਾ ਬਹੁਤਾ ਖੇਡ ਲਈ ਵੀ ਟਾਈਮ ਮਿਲ ਜਾਏ ਕਿ ਉਹ ਮੈਨੇਜ ਕਰਨਾ ਮੁਸ਼ਕਿਲ ਹੈ। ਤੇ ਵੈਸੇ ਜ਼ਿੰਦਗੀ ਕੈਸੀ ਗੁਜ਼ਰ ਰਹੀ ਹੈ ਤੁਹਾਡੀ, ਮਤਲਬ ਨਾਲ ਟੀਚਿੰਗ ਵੀ ਕਰਦੇ ਜੇ? ਨਹੀਂ, ਮੈਂ ਫੁੱਲ ਟਾਈਮ ਖਿਦਮਤ 'ਚ ਹਾਂ ਫੁੱਲ ਟਾਈਮ 2005 ਤੋਂ, ਔਰ ਉਹਦੇ ਤੋਂ ਪਹਿਲੇ ਮੈਂ ਜਿਸ ਤਰ੍ਹਾਂ ਦੱਸਿਆ ਅਗਵਾਈ 'ਚ ਵੀ 94 ਤੋਂ ਮੈਂ ਜਿਹੜਾ ਐਜ਼ ਅ ਲੇਮੈਨ ਖਿਦਮਤ 'ਚ ਸਾਂ, ਲੇਕਿਨ 2005 ਤੋਂ ਮੈਂ ਫੁੱਲ ਟਾਈਮ ਖਿਦਮਤ 'ਚ ਹਾਂ। ਔਰ ਜਿਹਦਾ ਇੱਕ ਜ਼ਿਆਦਾ ਹਿੱਸਾ ਬਸ਼ਾਰਤੀ ਹੈ, ਉਹ ਬਸ਼ਰਾਨਾ ਖਿਦਮਤ, ਔਰ ਕਲੀਸਿਆ ਜਿਹੜੀ ਸਾਡੀ FGA ਚਰਚ ਕਲੀਸਿਆ ਉਹਦੇ ਨਾਲ ਵੀ ਮੈਂ ਐਜ਼ ਅ ਪਾਸਬਾਨ ਵੀ ਖੁਦਾ ਦੇ ਕੰਮਾਂ 'ਚ ਸ਼ਾਮਿਲ ਹਾਂ। ਔਰ ਖੁਦਾ ਦੇ ਖਾਦਮ ਪਾਸਟਰ ਜਾਰਜ ਵਿਲੀਅਮ ਉਹਨਾਂ ਦੇ ਨਾਲ ਮਿਲ ਕੇ, ਜਿਨ੍ਹਾਂ ਦਾ ਇੰਟਰਵਿਊ ਜਿਹੜਾ ਉਹ ਵੀ ਜ਼ਰੂਰ ਸਾਹਮਣੇ ਆਏਗਾ ਲੋਕਾਂ ਦੇ, ਤੇ ਉਹਨਾਂ ਨੂੰ ਵੀ ਲੋਕ ਸਭ ਜਾਣਦੇ ਨੇ। ਉਹਨਾਂ ਦੇ ਨਾਲ ਹੀ ਸ਼ੁਰੂ ਤੋਂ ਮਿਲ ਕੇ ਅਸੀਂ ਖਿਦਮਤ ਕਰ ਰਹੇ ਹਾਂ। ਪਹਿਲੇ ਮੇਰੇ ਦਾਦਾ ਵੀ ਉਸੇ ਚਰਚ 'ਚ ਪਾਸਬਾਨੀ ਖਿਦਮਤ ਕਰਦੇ ਸਨ, ਔਰ ਉਹਨਾਂ ਦੇ ਬਾਅਦ ਉਹ ਕਿਉਂਕਿ ਐਜ਼ ਐਵੈਂਜਲਿਸਟ ਖਿਦਮਤ ਕਰਦੇ ਸਨ, ਤੇ ਉਹਨਾਂ ਨੇ ਫਿਰ ਪਾਸਬਾਨੀ ਖਿਦਮਤ ਸਾਡੇ ਲੀਡਰ ਉਹ, ਤੇ ਮੇਰੇ ਵਾਲੇ ਸਾਹਿਬ ਵੀ ਜਿਹੜੇ ਐਜ਼ ਅ ਲੇਮੈਨ ਨਾਲ ਸਨ, ਤੇ ਇਹ ਸਾਡੇ ਲੀਡਰ ਨੇ। ਹਾਲੇਲੂਇਆ। ਤੇ ਬਈ ਆਰਫ, ਤੁਸੀਂ ਕੋਈ ਵਰਸ਼ਿਪ ਸਕੂਲ ਵੀ ਬਣਾਇਆ, ਤੇ ਉਹਦੇ ਬਾਰੇ 'ਚ ਜ਼ਰੂਰ ਤੁਸੀਂ ਸਾਡੇ ਨਾਜ਼ਰੀਨ ਨੂੰ ਦੱਸੋ। ਜੀ, ਇੱਕ खुदा ने 2010 च फजल दिता कि एक ऐसा स्कूल बनाया जाए जिहदे च खुदा दी हमदो सताइश दे हवाले नाल नौजवानों नूं सिखाया जाए, और इस तरह उहदे च मुख्तलिफ साज भी सिखाए जाए। तो काफ़ी नौजवानों ने उहदे तो सीखिया और खुदा दी खिदमत कर रहे हैं। एक हुण 10 साल हो चले ने स्कूल 10 साल तो चल रहा। हाँ जी, चल रहा, कामयाबी ना चल जी रहा। चल रहा। तो नाज़रीन, हुण ते तुहानूं काफ़ी देर तो ये इंतज़ार होएगा कि भाई आरफ ना सारे सवाल करते जाते हैं पे, तो उन्होंने सोहनी तो मिठी तो सुरीली आवाज़ जिहड़ी है वो सानू नहीं सुनाते पे। तो भाई आरफ, सानू कोई तुसी गीत सुनाओगे? जी जी ज़रूर ज़रूर। खुदावंद तुहानू बरकत दे। ते नाज़रीन, ते भाई आरफ कोलों एक असी गीत सुनांगे इस प्रोग्राम दे विच। मेरी जिंदगानी यसु नासरी, मेरी जिंदगानी यसु नासरी, हालेलुया। तू यो बंदगानी यसु नासरी, तू यो बंदगानी यसु नासरी, पापां दा कफारा कोई होर ना, पापां दा कफारा कोई होर ना, हालेलुया। पापां दा कफारा कोई होर ना, पापां दा कफारा कोई होर ना, इको कुर्बानी यसु नासरी, हालेलुया। इको कुर्बानी यसु नासरी, तू यो बंदगानी यसु नासरी, तू यो बंदगानी यसु नासरी। प्यासो आओ प्यास बुझ जावेगी, प्यासों आओ प्यास बुझ जावेगी, जिंदगी दा पानी यसु नासरी, तो यो बंदगानी यसु नासरी, मुक्ति हो किवें बिना उस दे, मुक्ति हो किवें बिना उस दे, मुक्ति दा बानी यसु नासरी, हालेलुया। तू यो बंदगानी यसु नासरी, जान दिती तू यो मेरे बदले, 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 तेरी मेहरबानी यसु नासरी, तेरी मेहरबानी यसु नासरी,
तू यूं बंदगाने यसु नासरी, मेरी जिंदगानी यसु नासरी, तू यूं बंदगाने यसु नासरी। हालेलुया, प्रेज द लॉर्ड, प्रेज द लॉर्ड। और मैं समझना कि खुदावन ने ना सिर्फ ਤੁਹਾਨੂੰ एक खिदमत दी है और पासबानी खिदमत भी ਤੁਹਾਨੂੰ दी है, और बड़ी खूबसूरत ते सोहनी ते मिठी आवाज़ ਤੁਹਾਨੂੰ खुदा ने दी है। शुक्र। और ये थोड़ा भी मैं समझना बड़ा ही बाबरकत ਤੁਹਾਡੇ ਕੋਲ। प्रेज द लॉर्ड जी। खुदा दी ਅਸੀਂ शुक्रगुजारी करने आ। ਸਾਡੇ ਲਈ नाजरीन ਸਾਡੇ ਭਰਾ बड़ा फखर ने और ਸਾਡੇ पाकिस्तान ਲਈ बड़ा फखर ने कि खुदा ने ऐसे खादमीन भी पैदा किए ने कि जेड़े खुदा की खिदमत इस तरीके नाल प्रस्तिश नाल भी करते हैं पे। तो नाजरीन ये तो हिस्सा साडा सी प्रस्तिश का, तो जिहदे नाल असी गलबात भी की, तो क्योंकि खुदा का खादम जिहड़ा वो पासबानी खिदमत भी पे करते हैं, तो इसलिए असी अज दा कलाम उन्हां दे नाल सुनांगे। खुदा दे मुकद्दस कलाम चों पढ़ांगे तमोथियस दे नाम पौलुस रसूल दा खत, दूसरा खत और दूसरा बाब ते ओदी तीसरी ते चौथी आयत मुकद्दसा। इत्थे लिखिया है, मसीह यसू दे अच्छे सिपाही की तरह मेरे नाल दुख उठा। कोई सिपाही जदों लड़ाई लई जांदा है तो अपने आप नूं दुनिया के मामलों च नहीं फसांदा, ताकि अपने भर्ती करन वाले नूं खुश करे। खुदा दा अज दा कलाम जिहड़ा खुदा ने मेरे दिल च पाया है, वो बिलखसूस नौजवानों के लिए है। एक चीज़ जिहड़ी बहुत ज़्यादा नोट की मैं कि लोकी जिहड़े ने खुदा दे लोग वो एक ईमानदार दे लैवल ते रहना चाहते हैं, पर एक सिपाही दे लैवल ते खुदा दे नाल नहीं चलना चाहते। हुण तुसी एकदम ज़हन च सवाल आ गए होंगे कि यह की गल कर रहा कि ईमानदार दा लैवल ते सिपाही दा लैवल। तुसी गौर करो, कोई भी साढ़े तो मसीह दा इनकारी नहीं, असी सारे ही कहने कि असी उहदे हां ते असी उहदे लोग हाँ, लेकिन एक लैवल होंदा है जिहड़ा जदों असी मसीह नूं कबूल करने और असी उहदे कहलाने पर यह जिहड़ा इब्तदाई लैवल एक होंदा है, अगे खुदा दी जिहड़ी खसूसी मर्जी साडी जिंदगी लई है वो ये वे कि असी अपने रूहानी जिंदगी च अगे वधीए। जिस तरह एक बच्चा जदों पैदा होंदा है तो ਉਹਦੇ ਮਾਂ ਪਿਓ ਦੀ ਧੋਖਾ ਹੁੰਦੀ ਕਿ ਉਹਦਾ ਕੱਦ ਵਧੇ, ਉਹ ਹਰ ਤਰ੍ਹਾਂ ਨਾਲ ਵਧੇ ਔਰ ਲੋਕ ਜਦੋਂ ਉਹਨੂੰ ਵੇਖਣ ਤੇ ਉਹਦੀ ਤਰੱਕੀ ਨੂੰ ਵੇਖ ਕੇ ਖੁਸ਼ ਹੋਣ। ਇਸੇ ਤਰ੍ਹਾਂ ਸਾਡਾ ਆਸਮਾਨੀ ਬਾਪ ਉਹ ਇਸ ਗੱਲ ਤੋਂ ਖੁਸ਼ ਹੁੰਦਾ ਹੈ ਕਿ ਅਸੀਂ ਇੱਕ ਛੋਟਾ ਬੱਚਾ ਹੀ ਨਾ ਰਹੀਏ, ਬਲਕਿ ਹਰ ਵੇਲੇ ਸਾਡੀ ਬੜੋਤੀ ਹੁੰਦੀ ਜਾਏ, ਅਸੀਂ ਵੱਧਦੇ ਜਾਈਏ। ਔਰ ਇਹ ਜਿਹੜਾ ਹਵਾਲਾ ਹੁਣੇ ਤੁਸੀਂ ਸੁਣਿਆ ਹੈ, ਇਹਦੇ 'ਚ ਖੁਦਾ ਦਾ ਬੰਦਾ ਪੌਲੁਸ ये कह रहा है कि तमोथियस नूं ये नसीहत कर रहा है कि तू एक आम बंदा नहीं, तू एक सिपाही है। जदों मसीह नूं असीं कबूल करने तो असीं एक छोटे बच्चे की तरह होने जिन्हों खुद फीड की जरूरत है, और ज़्यादा जिम्मेदारियां एक बच्चे ते नहीं पाईयां जा सकदियां, बल्कि जिहड़े घर दे वड्डे हुंदे ने उन्हां नूं ये पता हुंदा कि सब कुछ इहदा असीं ही करना। लेकिन जिस तरह ही वो वड्डा हुंदा जांदा है तो एक कुदरती गल है कि एक जिम्मेदारी उन्होंने भी पता होंगे कि मैं सारे काम दूजिया ने नहीं करने, मैं भी कुछ करना है। ये हाल कई लोगों का जिहड़े खुदावंद यसू च ने होंदा है कि कई साल तो फुल फ्लैज सारी जिम्मेदारी खादमां ते ही पाई होंदी, खुद कोई रिस्पोंसिबिलिटी उन्होंने एक जहन च यही गल होंदी है कि मैं तो एक आम बंदा वां ते सारी जिम्मेदारी जिहड़ी है खुदा दे खादमां दी या होर लोकां दी है, मैं जिहड़ा वां इन्ना ही बड़ा है कि बस चला जाना, मसीह ते मेरा ईमान है और मसीह नूं मैं जानना वां। और उस पासे उन्हां दे ज़हन च एक चीज़ बैठ गई होंदी है कि यह मेरा काम ही नहीं है। और ये बड़ी वड्डी मिसटेक है खुदावंद ने क्या सी अपने सब लोगों नूं कि तुम मेरे गवाह हो। एक गल ठीक है, असी सब पास्टर नहीं, असी सारे पास्टर होने लई नहीं बुलाए गए या होर किसी लीडर के तौर नाल कलीसियाई खिदमत च, लेकिन मसीह दे गवाह असी सारे हैं और मसीह दे सिपाही असी सारे हैं। ठीक है कि जब असी नवे खुदावंद च आने और नवी पैदाइश सानू मिलती है, असी अजे सीखण दी उम्र च होने
ਤੇ ਖੁਦਾ ਇੱਕਦਮ ਢੇਰ ਸਾਰੀ ਜ਼ਿੰਮੇਵਾਰੀਆਂ ਸਾਡੇ ਤੇ ਨਹੀਂ ਪਾਉਂਦਾ, ਲੇਕਿਨ ਖੁਦਾ ਚਾਹੁੰਦਾ ਹੈ ਕਿ ਅਸੀਂ ਮੈਚੁਰ ਹੋਈਏ, ਵਧੀਏ, ਪ੍ਰੇਜ਼ ਦੀ ਲਾਰਡ, ਤੇ ਇੱਕ ਸਿਪਾਹੀ ਦੇ ਲੈਵਲ ਤੇ ਆਈਏ। ਤੇ ਇੱਕ ਸਿਪਾਹੀ ਜਿਹੜਾ ਹੁੰਦਾ ਹੈ ਉਹ ਇੱਕ ਆਮ ਬੰਦੇ ਤੋਂ ਹਟ ਕੇ ਹੁੰਦਾ ਥੋੜਾ ਉਹਦੀ ਜ਼ਿੰਦਗੀ, ਔਰ ਉਹ ਕਿਸੇ ਵੀ ਚੀਜ਼ ਨੂੰ ਆਪਣੇ ਲਈ ਉਹ ਨਹੀਂ ਲੈ ਰਿਹਾ ਹੁੰਦਾ ਕਿ ਯਾਰ ਇਹ ਕੀ ਮੇਰੇ ਉੱਤੇ ਸਾਰੀ ਜ਼ਿੰਮੇਵਾਰੀਆਂ, ਕਿਉਂਕਿ ਉਹਨੂੰ ਪਤਾ ਹੁੰਦਾ ਕਿ ਇਹ ਉਹਨੇ ਜਦੋਂ ਜੁਆਇਨ ਕੀਤੀ ਹੁੰਦੀ ਆਰਮੀ ਤੇ ਉਹ ਇਸ ਚੀਜ਼ ਲਈ ਪਹਿਲੀ ਜ਼ਿਹਨੀ ਤੌਰ ਨਾਲ ਤਿਆਰ ਹੁੰਦਾ ਕਿ ਫਿਰ ਹੁਣ ਨਖਰੇ ਨਹੀਂ ਕਰਨੇ। ਹੁਣ ਜਿਹੜਾ ਮੁਸ਼ਕਿਲ ਤੋਂ ਮੁਸ਼ਕਿਲ ਵੀ ਸੂਰਤ ਹਾਲ ਉੱਥੇ ਉਹ ਆ ਕੇ ਗਿਲਾ ਨਹੀਂ ਕਰ ਰਿਹਾ ਹੁੰਦਾ ਕਿ ਵੀ ਮੈਨੂੰ ਸਾਰੇ ਲੋਕੀ ਆਰਾਮ ਨਾਲ ਬੈਠੇ ਨੇ, ਮੈਂ ਇੱਥੇ ਬਾਰਡਰ 'ਚ ਸਰਦੀ 'ਚ ਬੈਠਾ ਵਾਂ, ਕੋਈ ਗਿਲਾ ਨਹੀਂ ਹੁੰਦਾ, ਕਿਉਂਕਿ ਇਹ ਉਦੋਂ ਹੀ ਉਹਨੂੰ ਪਤਾ ਹੁੰਦਾ ਜਦੋਂ ਜੁਆਇਨ ਕਰ ਰਿਹਾ ਹੁੰਦਾ ਕਿ ਇਹ ਤੇ ਹੋਣਾ ਹੀ ਹੈ, ਕਿਉਂਕਿ ਮੈਂ ਸਿਪਾਹੀ ਹਾਂ। ਔਰ ਇੱਕ ਮਜ਼ੇ ਦੀ ਗੱਲ ਹੈ ਕਿ ਫਾਇਰਿੰਗ ਵੀ ਸਾਰੀ ਫੇਸ ਕਰਦਾ ਸਿਪਾਹੀ ਦੁਸ਼ਮਣ ਦੀ, ਤੇ ਤੁਸੀਂ ਜਿਹੜੇ ਮਸੀਹ 'ਚ ਹੋ ਤੁਸੀਂ ਇਸ ਚੀਜ਼ ਨੂੰ ਸਿੱਖੋ, ਮੈਂ ਵੀ ਸਿੱਖਾਂ ਕਿ ਸਾਨੂੰ ਅੱਗੇ ਵਧਣਾ ਹੈ ਤੇ ਮਸੀਹ ਦਾ ਸਿਪਾਹੀ ਬਣਨਾ ਹੈ। ਇੱਕ ਆਮ ਬੱਚੇ ਵਾਲੇ ਲੈਵਲ ਤੇ ਨਹੀਂ ਰਹਿਣਾ, ਕਿਉਂਕਿ ਸਾਡਾ ਬਾਪ ਖੁਸ਼ ਨਹੀਂ ਹੋਏਗਾ ਕਿ ਯਾਰ ਇਹ ਇੰਨਾ ਸਾਲ ਹੋ ਗਏ ਨੇ ਇਹਨੇ ਮੈਨੂੰ ਕਬੂਲ ਕੀਤਾ ਤੇ ਅਜੇ ਬੱਚਾ ਦਾ ਬੱਚਾ ਹੀ ਹੈ, ਅਜੇ ਉਹ ਹੀ ਗਿਲੇ ਸ਼ਿਕਵੇ, ਖਾਦਮਾਂ ਦੀਆਂ ਬੁਰਾਈਆਂ, ਕਿਉਂਕਿ ਜਿਹੜਾ ਬੰਦਾ ਵਿਹਲਾ ਹੁੰਦਾ ਹੈ ਉਹਨੇ ਬੁਰਾਈਆਂ ਹੀ ਕਰਨੀਆਂ ਨੇ, ਕਿਉਂਕਿ ਖੁਦ ਤੇ ਉਹਨੇ ਕੋਈ ਜ਼ਿੰਮੇਵਾਰੀ ਲਈ ਨਹੀਂ ਹੈ, ਇਸ ਲਈ ਉਹਦਾ ਤੇ ਜ਼ਿਹਨ ਫੁੱਲ ਫਲੈਜ ਆਜ਼ਾਦ ਹੈ, ਕਿਉਂਕਿ ਉਹਦੇ ਜ਼ਿਹਨ 'ਚ ਇਹ ਐਂਗਲ ਹੁੰਦਾ ਕਿ ਬਈ ਉਹਨੇ ਖਾਲੀ ਨੁਕਤਾਚੀਨੀ, ਉਹ ਬੈਠਾ ਬਸ ਵਿਹਲਾ ਹੀ, ਖੁਦ ਕੁਝ ਨਹੀਂ ਖੁਦਾ ਲਈ ਕਰ ਰਿਹਾ। ਲੇਕਿਨ ਜ਼ਰਾ ਜਿਹਾ ਤੁਸੀਂ ਹਿੱਲੇ ਨਹੀਂ ਉਹ ਗਲਤ, ਤੇ ਇਹ ਵੇਖੋ ਜੀ ਇਹ ਪਰਵੇਜ਼ ਸਾਹਿਬ ਹਿੱਲੇ ਨੇ, ਕਿਉਂਕਿ ਮੈਂ ਵਿਹਲਾ ਜੋ ਬੈਠਾ ਵਾਂ। ਤੇ ਜਦੋਂ ਅਸੀਂ ਸਾਰੇ ਮਸੀਹ ਦੇ ਕੰਮ 'ਚ ਪੇਸ਼ ਹੋਵਾਂਗੇ ਤੇ ਸਾਡੀ ਜ਼ਿੰਦਗੀ 'ਚ ਐਬ ਜੋ ਉਹ ਵੀ ਘੱਟ ਹੁੰਦੀ ਜਾਏਗੀ। ਤੇ ਕਿਉਂਕਿ ਹੁਣ ਅਸੀਂ ਸਿਪਾਹੀ ਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਦੁਨੀਆ ਕੀ ਕਰ ਰਹੀ, ਉਹ ਇੱਧਰ ਉੱਧਰ ਨਹੀਂ ਵੇਖ ਸਕਦਾ, ਉੱਥੋਂ ਗੋਲੀ ਚੱਲ ਪੈਣੀ ਹੈ ਕਿਸੇ ਟਾਈਮ, ਕੋਈ ਪਤਾ ਨਹੀਂ ਅਟੈਕ ਹੋ ਜਾਏ, ਉਹ ਅਲਰਟ ਹੁੰਦਾ, ਹਰ ਵੇਲੇ ਅਲਰਟ ਹੁੰਦਾ। ਵੇਖੋ ਇੱਥੇ ਖੁਦਾਵੰਦ ਦਾ ਬੰਦਾ, ਔਰ ਇਹ ਖਾਲੀ ਨੌਜਵਾਨਾਂ ਲਈ ਨਹੀਂ, ਮੈਂ ਸਮਝਦਾ ਬੇਸ਼ੱਕ ਤਿਮੋਥੀਅਸ ਨੌਜਵਾਨ ਸੀ, ਲੇਕਿਨ ਇਹ ਸਾਡੇ ਸਾਰਿਆਂ ਲਈ ਇੱਕ ਪੈਗਾਮ ਹੈ ਪੌਲੁਸ ਰਸੂਲ ਦਾ ਔਰ ਖੁਦਾਵੰਦ ਦਾ ਕਿ ਮਸੀਹ ਯਿਸੂ ਦੇ ਅੱਛੇ ਸਿਪਾਹੀ ਦੀ ਤਰ੍ਹਾਂ ਮੇਰੇ ਨਾਲ ਦੁੱਖ ਉਠਾ। ਔਰ ਜਦੋਂ ਤੁਸੀਂ ਸਿਪਾਹੀ ਦੇ ਲੈਵਲ ਤੇ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰਦੇ ਹੋ ਤੇ ਫਿਰ ਦੁੱਖ ਵੀ ਤੁਹਾਨੂੰ ਮਸੀਹ ਤੋਂ ਦੂਰ ਨਹੀਂ ਕਰ ਸਕਦੇ, ਔਰ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੇਰੀ ਜ਼ਿੰਦਗੀ ਦਾ ਹਿੱਸਾ ਨੇ, ਔਰ ਇਹ ਸਗੋਂ ਇਹਦੇ ਬਾਅਦ ਖੁਦਾ ਦਾ ਹੋਰ ਜਲਾਲ ਜ਼ਾਹਿਰ ਹੋਏਗਾ। ਔਰ ਇਹਦੇ ਤੇ ਵੀ ਇਹ ਤੇ ਪੂਰਾ ਮਜ਼ਮੂਨ ਹੈ ਕਿ ਮਸੀਹ ਦੀ ਖਾਤਰ ਜਦੋਂ ਅਸੀਂ ਦੁੱਖ ਉਠਾਉਂਦੇ ਹਾਂ ਜਾਂ ਮਸੀਹ ਜ਼ਿੰਦਗੀ 'ਚ ਟੁਰਦੇ ਹੋਏ ਹਾਂ, ਮੁਸ਼ਕਲਾਤ ਦਾ ਸਾਹਮਣਾ ਕਰਨੇ ਆ, ਤੇ ਉਹਨਾਂ ਦਾ ਕੀ ਕਿਰਦਾਰ ਹੈ ਸਾਡੀ ਜ਼ਿੰਦਗੀ 'ਚ। ਔਰ ਅਗਲੀ ਗੱਲ ਕਰ ਰਿਹਾ, ਕੋਈ ਸਿਪਾਹੀ ਜਦੋਂ ਲੜਾਈ ਲਈ ਜਾਂਦਾ ਤੇ ਆਪਣੇ ਆਪ ਨੂੰ ਦੁਨੀਆ ਦੇ ਮਾਮਲਿਆਂ 'ਚ ਨਹੀਂ ਪਸੰਦਾ ਤਾਂ ਕਿ ਆਪਣੇ ਭਰਤੀ ਕਰਨ ਵਾਲੇ ਨੂੰ ਖੁਸ਼ ਕਰੇ। ਮੈਂ ਆਖਰੀ ਗੱਲ ਕਰਾਂਗਾ ਕਿ ਇੱਕ ਸਿਪਾਹੀ ਦੇ ਲੈਵਲ ਤੇ ਕਿਉਂਕਿ ਅਸੀਂ ਜ਼ਿੰਦਗੀ ਨਹੀਂ ਗੁਜ਼ਾਰ ਰਹੇ ਔਰ ਅਸੀਂ ਬਸ ਪਾਸਟਰ ਸਾਹਿਬ ਨੂੰ ਜ਼ਿਹਨ 'ਚ ਬਿਠਾਇਆ ਹੋਇਆ ਕਿ ਉਹ ਹੀ ਸਿਪਾਹੀ ਹੈ ਯਿਸੂ ਦਾ, ਤੇ ਅਸੀਂ ਖੁਦ ਬਿਲਕੁਲ ਹੀ ਫੌਜ ਤੋਂ ਹੀ ਬਾਹਰ ਆਪਣੇ ਆਪ ਨੂੰ ਕੀਤਾ ਹੁਣ ਸਮਝਿਆ ਹੁੰਦਾ ਕਿ ਅਸੀਂ ਬਸ ਖਾਲੀ ਗਿਰਜੇ ਹੀ ਜਾਣਾ। ਤੇ ਸਿਪਾਹੀ ਦੇ ਲੈਵਲ ਤੇ ਅਸੀਂ ਕਿਉਂਕਿ ਜ਼ਿੰਦਗੀ ਨਹੀਂ ਗੁਜ਼ਾਰ ਰਹੇ ਹੁੰਦੇ, ਇਸੇ ਲਈ ਅਕਸਰ ਅਸੀਂ ਦੁਨੀਆ ਦੇ ਮਾਮਲਿਆਂ 'ਚ ਆਪਣੇ ਆਪ ਨੂੰ ਬੜੀ ਖੁਸ਼ੀ ਨਾਲ ਫਸਾਇਆ ਹੁੰਦਾ ਔਰ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੋ ਰਿਹਾ ਹੁੰਦਾ, ਵਕਤ ਲੰਘਦਾ ਜਾ ਰਿਹਾ ਹੁੰਦਾ ਹੈ ਔਰ ਕਿੰਨੀਆਂ ਹੀ ਰੂਹਾਂ ਮਸੀਹ ਦੇ ਲਈ ਜਿਹੜੀਆਂ ਅਸੀਂ ਜਿੱਤ ਸਕਦੇ ਸਾਂ ਅਸੀਂ ਨਹੀਂ ਜਿੱਤ ਰਹੇ ਹੁੰਦੇ, ਕਿਉਂਕਿ ਉਹ ਤੇ ਸਾਰਾ ਕੰਮ ਅਸੀਂ ਲੀਡਰਾਂ ਤੇ ਪਾਇਆ ਹੋਇਆ। ਅਸੀਂ ਇੱਕ ਭੇਡ ਜਿਹੜੀ ਹੈ ਉਹ ਹੀ ਭੇਡ ਨੂੰ ਜਨਮ ਦਿੰਦੀ ਹੈ, ਤੇ ਤੁਸੀਂ ਜੇ ਯਿਸੂ ਦੀ ਭੇਡ ਹੋ, ਬੇਸ਼ੱਕ ਲੀਡਰ ਨਹੀਂ ਹੋ ਚਰਚ ਦੇ ਅੰਦਰ, ਤੇ ਤੁਸੀਂ ਇੱਕ ਭੇਡ ਹੁੰਦਿਆਂ ਦੇ ਨਾਤੇ ਕਿੰਨੀਆਂ ਰੂਹਾਂ ਮਸੀਹ ਲਈ ਹੋਰ ਪੈਦਾ ਕੀਤੀਆਂ ਨੇ। ਉਹ ਕਿੰਨੇ ਲੋਕਾਂ ਨੂੰ, ਕਿਉਂਕਿ ਕਲਾਮ 'ਚ ਇਹ ਖਿਦਮਤ ਠੀਕ ਹੈ, ਇੱਕ ਵੱਡੀ ਖਿਦਮਤ ਹੈ ਕਿ ਕੋਈ ਖਲੋ ਕੇ ਖੁਦਾ ਦਾ ਕਲਾਮ ਸੁਣਾਵੇ, ਲੇਕਿਨ ਰੂਹਾਂ ਜਿੱਤਣ ਵਾਲੇ ਕਲਾਮ 'ਚ ਫਰਕ ਨੇ। ਜਿਹੜੇ ਨਹੀਂ ਸਟੇਜ ਤੇ ਖਿਦਮਤ ਕਰਦੇ, ਨਹੀਂ ਤਕਰੀਰੀ ਤੌਰ ਨਾਲ ਖੁਦਾ ਦਾ ਕਲਾਮ ਸੁਣਾਉਂਦੇ ਰਹੇ, ਪਰ ਉਹ ਰੂਹਾਂ ਜਿੱਤਦੇ ਰਹੇ। ਜਿਵੇਂ ਇੱਕ ਛੋਟੀ ਲੜਕੀ ਨੇ ਨਮਾਨ ਕੋੜੀ ਨੂੰ ਖੁਦਾਵੰਦ ਦਾ ਕਲਾਮ ਸੁਣਾਇਆ, ਉਹ ਤੇ ਬੱਚੀ ਸੀ, ਛੋਟੀ ਸੀ, ਬਸ ਉਹਨੇ ਗਵਾਹੀ ਦਿੱਤੀ ਕਿ ਸਾਡਾ ਖੁਦਾ ਇਹ ਕੰਮ ਕਰ ਸਕਦਾ ਹੈ ਔਰ ਖੁਦਾ ਦਾ ਖਾਦਮ ਇਹਦੇ ਤੇ ਦੁਆ ਕਰੇਗਾ ਤੇ ਇਹ ਠੀਕ ਹੋ ਸਕਦਾ ਹੈ। ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਗਵਾਹੀਆਂ, ਜਿਸ ਤਰ੍ਹਾਂ ਅੰਦਰਿਆਸ ਖੁਦਾਵੰਦ ਯਿਸੂ ਮਸੀਹ ਦਾ ਸ਼ਾਗਿਰਦ, ਬੇਸ਼ੱਕ ਬਾਅਦ 'ਚ ਉਹ ਮੁਨਾਦੀ ਵੀ ਕਰਦਾ ਰਿਹਾ, ਲੇਕਿਨ ਸ਼ੁਰੂ 'ਚ ਉਹਦੀ ਕੋਈ ਮੁਨਾਦੀ ਨਜ਼ਰ ਨਹੀਂ ਆਉਂਦੀ, ਪਤਰਸ ਦੀ ਨਜ਼ਰ ਆਉਂਦੀ, ਉਹਦੇ ਭਰਾ ਦੀ। ਲੇਕਿਨ ਪਤਰਸ ਨੂੰ ਮਸੀਹ ਦੇ ਬਾਰੇ 'ਚ ਦੱਸਿਆ ਅੰਦਰਿਆਸ ਨੇ ਸੀ, ਔਰ ਕੋਈ ਕਲਾਮ ਖਲੋ ਕੇ ਨਹੀਂ ਸੀ ਉਹ ਸੁਣਾ ਰਿਹਾ ਜਿਸ ਤਰ੍ਹਾਂ ਸਾਡੇ ਜ਼ਿਹਨ 'ਚ ਕਿ ਜੀ ਮੈਂ ਤਾਂ ਕਲਾਮ ਨਹੀਂ ਸੁਣਾ ਸਕਦਾ ਤੇ ਇਸ ਲਈ ਮੈਂ ਕੁਝ ਨਹੀਂ ਕਰਨਾ। ਉਹਨੇ ਸਿਰਫ ਦੱਸਿਆ ਹੀ ਇਹ ਪਤਰਸ ਆਪਣੇ ਭਰਾ ਨੂੰ ਮਸੀਹ ਦੇ ਬਾਰੇ 'ਚ, ਤੇ ਉਹ ਪਤਰਸ ਅੱਗੋਂ ਕਿੰਨੀਆਂ ਰੂਹਾਂ ਉਹਨੇ ਕਲਾਮ ਦੇ ਵਸੀਲੇ, ਉਹ ਇੱਕ ਲੀਡਰ ਜਿਹੜਾ ਵੱਡਾ ਮਿਲ ਗਿਆ ਚਰਚ ਨੂੰ। ਤੇ ਕਹਿਣ ਦਾ ਮਕਸਦ ਇਹ ਵੇ ਕਿ ਅਸੀਂ ਖੁਦਾਵੰਦ ਦੇ ਹਜ਼ੂਰ ਜਦੋਂ ਹਾਜ਼ਰ ਕੀਤੇ ਜਾਵਾਂਗੇ, ਅਸੀਂ ਇਹ ਨਹੀਂ ਕਹਿ ਸਕਾਂਗੇ ਕਿ ਜੀ ਮੈਨੂੰ ਤਾਂ ਕੋਈ ਖਿਦਮਤ ਨਹੀਂ ਸੀ ਮਿਲੀ, ਕਿਉਂਕਿ ਸਾਨੂੰ ਸਭ ਨੂੰ ਉਹਨੇ ਆਪਣੇ ਗਵਾਹ ਬਣਾਇਆ ਤੇ ਅਸੀਂ ਉਹਦੀ ਗਵਾਹੀ ਹਾਂ, ਅਸੀਂ ਉਹਦੀ ਅੰਜੀਲ ਹਾਂ ਖੁਦ, ਔਰ ਅਸੀਂ ਸਿਪਾਹੀ ਹਾਂ ਉਹਦੇ ਸਾਰੇ। ਇਹ ਸਿਪਾਹੀ ਵਾਲੀ ਖਿਦਮਤ ਸਾਰਿਆਂ ਦੀ ਜੇ,
ਔਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਦੁਨੀਆ ਦੇ ਮਾਮਲਿਆਂ 'ਚ ਨਾ ਫਸੇ ਰਹੋ ਤੇ ਇੱਕ ਆਮ ਈਮਾਨਦਾਰ ਦੇ ਲੈਵਲ ਤੋਂ ਵੱਧ ਕੇ ਸਫਾਈ ਦੇ ਲੈਵਲ ਤੇ ਆ ਜਾਓ ਤੇ ਕਈ ਮਾਮਲਿਆਂ ਤੋਂ ਤੁਹਾਡੀ ਜਾਨ ਛੁੱਟ ਜਾਏਗੀ। ਔਰ ਤੁਸੀਂ ਜਿਹੜਾ ਸੋਚਦੇ ਹੋ ਕਿ ਯਾਰ ਮੈਂ ਉਸ ਤਰ੍ਹਾਂ ਅੱਗੇ ਨਹੀਂ ਵੱਧ ਪਾ ਰਿਹਾ ਬੜੇ ਅਰਸੇ ਤੋਂ, ਤੁਸੀਂ ਮਸੀਹ ਦੇ ਕੰਮਾਂ 'ਚ ਜਦੋਂ ਆਪਣੇ ਆਪ ਨੂੰ ਲੈ ਕੇ ਆਓਗੇ ਇੱਕ ਸਿਪਾਹੀ ਦੇ ਤੌਰ ਨਾਲ ਤੇ ਤੁਸੀਂ ਫਤਹ ਪਾਓਗੇ ਔਰ ਮਸੀਹ 'ਚ ਹੋਰ ਅੱਗੇ ਵਧੋਗੇ ਔਰ ਖੁਦਾ ਦੀ ਮਰਜ਼ੀ ਨੂੰ ਪੂਰਾ ਕਰੋਗੇ। ਆਮੀਨ ਆਮੀਨ। ਆਓ ਅਸੀਂ ਖੁਦਾਵੰਦ ਦੇ ਜ਼ੋਰ ਚੁੱਕੀਏ ਤੇ ਦੁਆ ਕਰੀਏ। ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਖੁਦਾਵੰਦ ਯਿਸੂ ਮਸੀਹ ਜਿਹੜਾ ਖੁਦਾਵੰਦ ਖੁਦਾ ਹੈ, ਉਹਨੇ ਇੱਕ ਵਾਅਦਾ ਕੀਤਾ ਹੈ ਕਿ ਜਿੱਥੇ ਵੀ 2 ਜਾਂ 3 ਮੇਰੇ ਨਾਂ ਤੋਂ ਜਮ੍ਹਾਂ ਹੋਣ ਮੈਂ ਉਹਨਾਂ ਦੇ ਵਿੱਚ ਹਾਂ। ਇਹ ਅਸੀਂ ਇਨਸਾਨ ਹੁੰਦੇ ਹਾਂ ਜਿਹੜੇ ਇਸ ਚੀਜ਼ ਦੇ ਮੁਹਤਾਜ ਹਾਂ ਕਿ ਖੁਦ ਅਸੀਂ ਕਿਸੇ ਨਾ ਕਿਸੇ ਤੌਰ ਨਾਲ ਮੌਜੂਦ ਹੋਈਏ ਤਾਂ ਹੀ ਅਸੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਅਸੀਂ ਇੱਥੋਂ ਬੈਠੇ ਤੁਹਾਨੂੰ ਛੂ ਨਹੀਂ ਸਕਦੇ, ਲੇਕਿਨ ਇਹ ਖੁਦਾਵੰਦ ਯਿਸੂ ਮਸੀਹ ਦੀ ਜ਼ਾਤ ਹੈ ਜਿਹੜੀ ਇੱਕੋ ਹੀ ਟਾਈਮ 'ਚ ਹਰ ਜਗ੍ਹਾ ਮੌਜੂਦ ਹੋ ਸਕਦੀ ਹੈ ਤੇ ਜ਼ਿੰਦਗੀਆਂ ਨੂੰ ਟੱਚ ਕਰ ਸਕਦੀ ਹੈ। ਤੁਸੀਂ ਆਪਣੇ ਘਰਾਂ 'ਚ ਜਦੋਂ ਸੁਣ ਰਹੇ ਹੋ ਤੇ ਖੁਦਾਵੰਦ ਯਿਸੂ ਮਸੀਹ ਤੁਹਾਡੀ ਜ਼ਿੰਦਗੀ ਨੂੰ ਟੱਚ ਕਰ ਰਿਹਾ। ਮੇਰਾ ਈਮਾਨ ਹੈ ਉਹਦਾ ਕਲਾਮ ਜ਼ਿੰਦਾ ਹੈ, ਜ਼ਿੰਦਗੀ ਬਖਸ਼ ਹੈ ਔਰ ਮੁਫੀਦ ਹੈ ਔਰ ਉਹਨੇ ਤੁਹਾਨੂੰ ਟੱਚ ਕੀਤਾ ਹੈ। ਉਸ ਕਲਾਮ ਨੇ ਤੁਹਾਡੇ ਅੰਦਰ ਉਤਰਿਆ ਹੋ ਔਰ ਤੁਸੀਂ ਆਪਣੇ ਅੰਦਰ ਇੱਕ ਗੱਲ ਬਿਠਾ ਲਓ ਕਿ ਅੱਜ ਤੋਂ ਇਹ ਦੁਆ ਮੈਂ ਹੁਣੇ ਕਰੋ ਕਿ ਮਸੀਹ ਮੈਂ ਤੇਰਾ ਸਿਪਾਹੀ ਬਣਨਾ ਹੈ, ਮੈਂ ਤੇਰਾ ਸਿਪਾਹੀ ਬਣਨਾ ਹੈ ਔਰ ਮੈਂ ਫੇਸ ਕਰਨਾ ਹੈ ਇਬਲੀਸ ਨੂੰ ਤੇ ਉਹਦੀ ਹਕੂਮਤਾਂ ਨੂੰ। ਜਿਨ੍ਹਾਂ ਦੇ ਅੰਦਰ ਯਿਸੂ ਹੈ ਉਹੋ ਹੀ ਤੇ ਸ਼ੈਤਾਨ ਦਾ ਮੁਕਾਬਲਾ ਕਰ ਸਕਦੇ ਨੇ। ਬਾਕੀ ਦੁਨੀਆ ਨੇ ਕੀ ਕਰਨਾ, ਉਹਨਾਂ ਦੇ ਕੋਲ ਮਸੀਹ ਨਹੀਂ ਹੈ। ਪਰ ਤੁਸੀਂ ਹੋ ਜਿਹੜੇ ਉਹਦੇ ਲੋਕ ਹੋ, ਤੁਹਾਡੇ ਅੰਦਰ ਮਸੀਹ ਦੀ ਪਹਿਚਾਨ ਮੌਜੂਦ ਹੈ ਔਰ ਮਸੀਹ ਤੁਹਾਡੇ ਅੰਦਰ ਵਸਦਾ ਹੈ ਔਰ ਤੁਸੀਂ ਹੋ ਜਿਹਦੇ ਤੋਂ ਸ਼ੈਤਾਨ ਨੇ ਡਰਨਾ ਔਰ ਤੁਹਾਨੂੰ ਹੀ ਉਹਨੇ ਚੁਣਿਆ ਇਬਲੀਸ ਦਾ ਮੁਕਾਬਲਾ ਕਰਨ ਲਈ। ਅਸੀਂ ਉਹ ਸਿਪਾਹੀ ਨਹੀਂ ਆ ਜਿਹੜੀ ਦੁਨੀਆ ਦੇ ਗੋਲਾ ਬਾਰੂਦ ਦੀਆਂ ਬੰਦੂਕਾਂ ਲੈ ਕੇ ਨਿਕਲੇ ਨੇ, ਬਲਕਿ ਅਸੀਂ ਉਹ ਸਿਪਾਹੀ ਆ ਜਿਨ੍ਹਾਂ ਦੀ ਜੰਗ ਰੂਹਾਨੀ ਹੈ ਤੇ ਜਿਨ੍ਹਾਂ ਦੇ ਦੁਸ਼ਮਣ ਰੂਹਾਨੀ ਹੈ ਤੇ ਉਹ ਰੂਹਾਨੀ ਦੁਸ਼ਮਣ ਦੁਨੀਆ ਦੀ ਵੱਡੀ ਤੋਂ ਵੱਡੀ ਫੌਜ ਤੋਂ ਨਹੀਂ ਡਰਦਾ, ਦੁਨਿਆਵੀ ਫੌਜ ਤੋਂ, ਪਰ ਮਸੀਹ ਦੇ ਲੋਕਾਂ ਤੋਂ ਡਰਦਾ ਹੈ ਕਿਉਂਕਿ ਮਸੀਹ ਕੋਲੋਂ ਡਰਦਾ ਹੈ ਔਰ ਸਾਡੇ ਅੰਦਰ ਯਿਸੂ ਮਸੀਹ ਰਹਿੰਦਾ ਹੈ, ਉਹਦਾ ਰੂਹ ਵਸਦਾ ਹੈ। ਔਰ ਇਸ ਲਈ ਤੁਸੀਂ ਇਸ ਗੱਲ ਨੂੰ ਪਛਾਣੋ ਕਿ ਤੁਸੀਂ ਇੱਕ ਆਮ ਬੰਦੇ ਨਹੀਂ ਹੋ, ਤੁਸੀਂ ਸਿਪਾਹੀ ਦੇ ਲੈਵਲ ਤੇ ਆਪਣੇ ਆਪ ਨੂੰ ਸਮਝੋ ਔਰ ਉਸ ਲੈਵਲ ਤੇ ਹੁਣ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰੋ ਕਿਉਂਕਿ ਵੱਡੇ ਹੋਣਾ ਵੀ ਜ਼ਰੂਰੀ ਹੈ। ਉਹ ਖੁਦਾਵੰਦ ਦਾ ਕੰਮ ਕੌਣ ਕਰੇਗਾ? ਖਾਲੀ ਲੀਡਰ ਨਹੀਂ ਕਰ ਸਕਦੇ। ਰੂਹਾਂ ਇੰਨੀਆਂ ਢੇਰ ਦੁਨੀਆ 'ਚ ਨੇ, ਉਹ ਅਸੀਂ ਸਾਰੇ ਰਲ ਕੇ ਮਸੀਹ ਦੀ ਗਵਾਹੀ ਦਾਂਗੇ। ਜਿੱਥੇ ਵੀ ਮੌਕਾ ਮਿਲੇਗਾ ਉਹਨੂੰ ਅੱਗੇ ਲੋਕਾਂ ਦੇ ਪੇਸ਼ ਕਰਾਂਗੇ, ਫਿਰ ਹੀ ਉਹਦਾ ਕੰਮ ਅੱਗੇ ਵਧੇਗਾ। ਸੋ ਇਸ ਲਈ ਤੁਹਾਡੇ ਲਈ ਅਸੀਂ ਦੁਆ ਕਰਨੇ ਆ। ਖੁਦਾਵੰਦ ਅਸੀਂ ਸਾਰੀਆਂ ਜ਼ਿੰਦਗੀਆਂ ਲਈ ਦੁਆ ਕਰਨੇ ਆ ਜਿੱਥੇ ਜਿੱਥੇ ਕੋਈ ਸੁਣ ਰਿਹਾ ਹੈ ਕਿ ਖੁਦਾਵੰਦ ਇਹਨਾਂ ਦੀ ਜ਼ਿੰਦਗੀਆਂ ਦੇ ਅੰਦਰ ਇੱਕ ਬਦਲਾਅ ਆਏ, ਇੱਕ ਨਵੀਂ ਤਬਦੀਲੀ ਆਏ ਕਿ ਖੁਦਾਵੰਦ ਇਹ ਖੁਦ ਤੋਂ ਇਸ ਚੀਜ਼ ਨੂੰ ਰਿਅਲਾਈਜ਼ ਕਰਨ ਕਿ ਬੜਾ ਵਕਤ ਜ਼ਾਇਆ ਹੋ ਚੁੱਕਿਆ ਹੈ, ਹੁਣ ਸਾਨੂੰ ਜ਼ਿੰਦਾ ਹੋਣਾ ਹੈ, ਜਾਗਣਾ ਹੈ, ਜਾਗ ਪੈਣਾ ਹੈ ਤੇ ਦੁਆ 'ਚ ਜਾਗਣਾ ਹੈ ਤੇ ਆਪਣੀ ਰੂਹਾਨੀ ਜ਼ਿੰਦਗੀ 'ਚ ਕੋਈ ਮੌਕਾ ਹੱਥ ਤੋਂ ਨਹੀਂ ਜਾਣ ਦੇਣਾ ਜਿੱਥੇ ਅਸੀਂ ਤੇਰੀ ਗਵਾਹੀ ਦਈਏ ਔਰ ਲੋਕਾਂ ਨੂੰ ਖੁਦਾ ਸਾਡੇ ਤੋਂ ਕੋਈ ਫਾਇਦਾ ਹੋਵੇ, ਨਾ ਕਿ ਅਸੀਂ ਤਨਕੀਦ ਹਰ ਵੇਲੇ ਕਰਦੇ ਰਹੀਏ ਵੇਲੇ ਬਹਿ ਕੇ, ਬਲਕਿ ਅਸੀਂ ਤੇਰੇ ਕੰਮ 'ਚ ਅਸੀਂ ਜ਼ਿੰਦਾ ਹੋ ਕੇ ਖੁਦਾਵੰਦ ਸਿਪਾਹੀ ਬਣ ਕੇ ਅੱਗੇ ਵਧੀਏ ਔਰ ਤੇਰੇ ਨਾਂ ਤੋਂ ਫਤਹ ਪਾਈਏ। ਇਸੇ ਤਰ੍ਹਾਂ ਅਗਰ ਕੋਈ ਬਿਮਾਰ ਹੈ ਜਿਹੜਾ ਸੁਣ ਰਿਹਾ, ਖੁਦਾਵੰਦ ਤੂੰ ਆਪਣੇ ਕਲਾਮ ਦੇ ਵਸੀਲੇ ਉਹਨੂੰ ਸ਼ਿਫਾ ਦੇ ਤੇ ਉਹਨਾਂ ਦੇ ਬਦਨਾਂ 'ਚ ਸਾਰੀ ਬਿਮਾਰੀ ਯਿਸੂ ਨਾਂ 'ਚ ਜਾਂਦੀ ਰਹੇ। ਖੁਦਾਵੰਦ ਅਸੀਂ ਸਾਰਾ ਇੱਜ਼ਤ ਤੇ ਜਲਾਲ ਤੇਰੇ ਨਾਂ ਨੂੰ ਦੇਨੇ ਆ, ਯਿਸੂ ਮਸੀਹ ਦੇ ਨਾਂ 'ਚ। ਆਮੀਨ 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 ਆਮੀਨ। ਨਾਜ਼ਰੀਨ, ਅੱਜ ਦਾ ਕਲਾਮ ਬੜਾ ਬਰਕਤ ਸੀ ਔਰ ਇੱਕ ਬੜੀ ਖੂਬਸੂਰਤ ਗੱਲ ਜਿਹੜੀ ਜਿਹਦੇ ਨਾਲ ਮੈਨੂੰ ਬੜੀ ਬਰਕਤ ਮਿਲੀ ਕਿ ਇੱਕ ਭੇਡ ਹੀ ਭੇਡ ਨੂੰ ਜਨਮ ਦੇ ਸਕਦੀ ਹੈ ਤੇ ਅਸੀਂ ਯਿਸੂ ਮਸੀਹ ਦੀ ਭੇਡ ਤੇ ਬਣੇ ਫਿਰਨੇ ਆ, ਲੇਕਿਨ ਕਦੀ ਅਸੀਂ ਇਹ ਨਹੀਂ ਸੋਚਿਆ ਕਿ ਸਾਨੂੰ ਜਨਮ ਦੇਣ ਦੀ ਵੀ ਜ਼ਰੂਰਤ ਹੈ। ਔਰ ਜਨਮ ਇਹਦਾ ਮਤਲਬ ਇਹ ਵੇ ਕਿ ਸਾਂ ਤਿਆਰ ਕਰਨਾ, ਇਹ ਨਾ ਅਸੀਂ ਆਪਣਾ ਤੋੜਾ ਦਬਾ ਦਈਏ। ਯਿਸੂ ਸਾਨੂੰ ਕਵੇ ਕਿ ਕਿੱਥੇ ਵੇ ਤੇਰਾ ਤੋੜਾ ਤੇ ਫਿਰ ਅਸੀਂ ਉਹੋ ਹੀ ਕੱਢ ਕੇ ਦੇ ਦੇ। ਅਸੀਂ ਵਧਾਣਾ ਹੈ, ਆਪਣੀ ਖਿਦਮਤ ਦੇ ਕੰਮ ਨੂੰ ਵਧਾਣਾ ਹੈ। ਹਾਲੇਲੂਇਆ। ਬਈ ਆਰਫ, ਅਸੀਂ ਬੜੇ ਸ਼ੁਕਰਗੁਜ਼ਾਰ ਹਾਂ, ਤੁਹਾਡਾ ਵਕਤ ਬਹੁਤ ਕੀਮਤੀ ਸੀ, ਤੁਸੀਂ ਸਾਨੂੰ ਵਕਤ ਦਿੱਤਾ ਔਰ ਤੁਹਾਡੀਆਂ ਖੂਬਸੂਰਤ ਤੇ ਸੋਹਣੀਆਂ ਮਿੱਠੀਆਂ ਗੱਲਾਂ ਅਸਾਂ ਵੀ ਸੁਣੀਆਂ, ਨਾਜ਼ਰੀਨ ਨੇ ਵੀ ਸੁਣੀਆਂ। ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ। ਬਹੁਤ ਸ਼ੁਕਰੀਆ। ਤੇ ਤੁਹਾਡੇ ਗੀਤ ਨੂੰ ਸੁਣ ਕੇ ਔਰ ਫਿਰ ਤੁਹਾਡੇ ਕਲਾਮ ਦੇ ਜਿਹੜੇ ਸੁੱਚੇ ਮੋਤੀ ਖੁਦਾ ਦੇ ਤੁਸੀਂ ਬਿਆਨ ਕੀਤੇ ਨੇ, ਬੜੀ ਬਰਕਤ ਮਿਲੀ ਹੈ ਤੇ ਖੁਦਾਵੰਦ ਦੀ ਪਾਕ ਮਰਜ਼ੀ ਨਾਲ ਅਸੀਂ ਮਿਲਦੇ ਰਵਾਂਗੇ। ਤੇ ਨਾਜ਼ਰੀਨ, ਸਾਡੇ ਪ੍ਰੋਗਰਾਮ ਦੇ ਵਿੱਚ ਇਹੋ ਜਿਹੀਆਂ ਖੂਬਸੂਰਤ ਸ਼ਖਸੀਅਤਾਂ ਆਉਂਦੀਆਂ ਰਹਿਣਗੀਆਂ। ਤੁਹਾਡੀ ਇਜਾਜ਼ਤ ਤੋਂ ਮੈਂ ਇੱਕ ਗੱਲ ਕਰਨਾ ਚਾਹੁੰਦਾ ਹਾਂ ਆਪਣੇ ਸਾਰੇ ਲੋਕ ਜਿਹੜੇ ਲੋਕ ਸਾਡੇ ਅਜ਼ੀਜ਼ ਸੁਣ ਰਹੇ ਨੇ ਕਿ ਜਦੋਂ ਤੁਸੀਂ ਖੁਦਾ ਦੇ ਕਿਸੇ ਖਾਦਮ ਨੂੰ ਰਿਸੀਵ ਕਰਦੇ ਹੋ, ਤੁਸੀਂ ਖੁਦਾਵੰਦ ਨੂੰ ਰਿਸੀਵ ਕਰਦੇ ਹੋ। ਹਾਲੇਲੂਇਆ। ਔਰ ਇਸ ਲਈ ਜਿੱਥੇ ਵੀ ਖੁਦਾ ਦਾ ਖਾਦਮ ਜਿੱਥੇ ਵੀ ਪਹੁੰਚੇ, ਮੈਂ ਸਾਰਿਆਂ ਨੂੰ ਕਹਾਂਗਾ ਕਿ ਇਹ ਬੜਾ ਵੱਡਾ ਕੰਮ ਕਰ ਰਹੇ ਨੇ, ਇਹ ਸੁੱਚੇ ਮੋਤੀ ਬਖੇਰ ਰਹੇ ਨੇ ਮਸੀਹ ਦੇ ਕਲਾਮ ਦੇ, ਇਹਨਾਂ ਨੂੰ ਸਪੋਰਟ ਕਰੋ
ਆਪਣੀ ਮੁਹੱਬਤ ਦੇ ਵਸੀਲੇ ਇਹਨਾਂ ਨੂੰ ਰਿਸੀਵ ਕਰੋ। ਇਹ ਸਾਰੇ ਮਸੀਹ ਦੇ ਕੰਮ ਲਈ ਨਿਕਲੇ ਹੋਏ ਨੇ ਔਰ ਇਹਨਾਂ ਨੂੰ ਤੁਸੀਂ ਸਪੋਰਟ ਕਰੋ ਤਾਂ ਕਿ ਖੁਦਾਵੰਦ ਦਾ ਕਲਾਮ ज़्यादा तो ज़्यादा जगह तक पहुँच सके। हालेलुया, प्रेज़ दी लॉर्ड, प्रेज़ दी लॉर्ड। नाज़रीन हुण वेला हो गया कि असी तुहाडे कोलों इजाज़त चाहिए, फिर अगले एक प्रोग्राम दे नाल और एक खूबसूरत शख्सियत दे नाल तुहाडे नाल मुलाकात होएगी और उस वेले तक तुसी मन्नू ते मेरे भरा नूं इजाज़त दिओ। प्रोग्राम वेंदे रहो सुच्चे मोती।